ਮੋਟਾਪਾ ਹੋ ਗਿਆ ਉਹ ਕਿਸ ਕਾਰਨ ਹੋਇਆ ਇਹ ਸਮਝ ਨਹੀਂ ਆਉਂਦੀ, ਕਿਉਂਕਿ ਤੁਸੀਂ ਅਕਸਰ ਲੋਕਾਂ ਨੂੰ ਸੁਣਿਆ ਹੋਣਾ ਕਿ ਸਾਨੂੰ ਤਾਂ ਪਾਣੀ ਵੀ ਘਿਓ ਵਾਂਗੂ ਲੱਗਦਾ। ਇੱਕ ਕਾਰਨ ਇਹ ਨਹੀਂ ਹੈਗਾ ਕਿ ਕੋਈ ਜ਼ਿਆਦਾ ਖਾ ਰਿਹਾ, ਇਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਐਕਟੀਵਿਟੀ ਘਟ ਗਈ ਹੈ। ਸਟ੍ਰੈਸ ਜਿਹੜਾ ਹੈ ਉਹ ਮੋਟਾਪੇ ਨੂੰ ਕਾਜ਼ ਕਰਦਾ ਹੈ। where you're stressed, you feel ਕਿ ਅਸੀਂ ਆ ਖਾਣਾ ਖਾ ਲਈਏ ਤਾਂ will feel better, ਉਹ temporary relief ਹੈ, but then that gets converted, ਜਿਹੜੀ extra calories ਅਸੀਂ ਖਾਧੀਆਂ ਉਹ ਫੈਟ ਬਣ ਜਾਂਦੀਆਂ, ਉਹ ਡਿਪੋਜ਼ਿਟ ਹੋ ਜਾਂਦੀਆਂ। ਜੇਕਰ ਨਾੜੀਆਂ ਦੇ ਵਿੱਚ ਫੈਟ ਐਕਿਊਮੂਲੇਟ ਹੋਈ ਜਾਂਦਾ ਉਹ ਬਹੁਤ ਜ਼ਿਆਦਾ ਖਤਰਨਾਕ। ਕਈ ਕਹਿੰਦੇ ਆ ਕਿ ਵੀ ਉਦਾਂ ਤਾਂ ਨਹੀਂ ਅਸੀਂ ਮੋਟੇ ਆ, ਸਾਡਾ ਢਿੱਡ ਹੀ ਵੱਡਾ ਆ। ਹਾਂਜੀ, ਪਰ ਜਿਹੜਾ ਢਿੱਡ ਹੀ ਵੱਡਾ ਇਹੀ ਸਭ ਤੋਂ ਵੱਡੀ ਪ੍ਰੋਬਲਮ ਹੈ। this is the most dangerous type of fat। ਆਪਣੇ ਪਰਿਵਾਰਾਂ 'ਚ ਕਹਿ ਦਿੰਦੇ ਆ ਥੋੜਾ ਜਿਹਾ ਮੋਟਾ ਗੁਲਗੁਲੂ ਹੋਵੇ ਨਾ ਤਾਂ ਉਹ ਹੈਲਦੀ ਆ। ਤੇ ਕੋਸ਼ਿਸ਼ ਕਰੋ ਕਿ ਜ਼ਿਆਦਾ ਟੀ ਕਾਫੀ ਨਾ ਪੀਓ, ਕਿਉਂਕਿ ਜਿੰਨਾ ਪੀਓਗੇ ਉਨੀ ਜ਼ਿਆਦਾ ਤੁਸੀਂ ਸ਼ੂਗਰ ਐਡ ਕਰ ਰਹੇ ਹੋ। ਸੋ ਇਫ ਯੂ ਲਿਮਿਟ yourself to 1 or 2 cups a day, and if you really need to have a small amount of sugar। ਕਿਹੜੀ ਤੁਸੀਂ ਰੀਲ ਦੇਖੋ ਲੋਕੀ ਉਹਨੂੰ ਹੀ ਫੋਲੋ ਕਰਨ ਲੱਗ ਜਾਂਦੇ ਆ। ਤੁਹਾਡੇ ਨਾਲ ਦੇ ਨੇ ਤੁਹਾਨੂੰ ਦੱਸਤਾ ਕਿ ਵੀ ਆਹ ਮੈਂ ਵੀਡੀਓ 'ਚ ਦੇਖਿਆ ਸੀ ਐਪਲ ਸਾਈਡਰ ਵਿਨੇਗਰ ਪੀਓ, ਨਿਰਣੇ ਕਾਲ ਜੇ ਤੁਹਾਡਾ ਮੋਟਾਪਾ ਦੇਖਿਓ ਛੂ ਮੰਤਰ ਹੋ ਜਾਣਾ। ਕੱਲ ਬਹੁਤ ਟ੍ਰੈਂਡ ਹੈ ਚੀਆ ਸੀਡਸ ਦਾ, ਲੋਟ ਆਫ ਸੀਡਸ ਯੂ ਮਿਕਸ ਇਨ ਵਾਟਰ, ਸਵੇਰੇ ਇਸ ਤਰ੍ਹਾਂ ਲੈ ਲਓ। ਨੋਨ ਸਪਲੀਮੈਂਟਸ ਅਸੀਂ ਆਫ ਦੀ ਇੰਟਰਨੈਟ ਕਈ ਵਾਰ ਬਾਈ ਕਰਦੇ ਕਿ ਫॉर weight loss, some of them can cause liver damage। ਇੰਜੈਕਸ਼ਨਸ ਵੀ ਹੁੰਦੇ ਆ, ਕੁਝ ਇੰਜੈਕਸ਼ਨਸ ਹੈਗੇ ਆ ਜਿਹੜੇ ਐਵਰੀ ਡੇ ਤੁਸੀਂ ਲਗਾ ਸਕਦੇ ਹੋ, ਉਹਦੇ ਨਾਲ weight loss 'ਚ ਹੈਲਪ ਹੁੰਦੀ ਹੈ। ਵਿਟਾਮਿਨਸ ਐਂਡ ਮਿਨਰਲਸ ਵੀ ਤੁਸੀਂ ਸੁਜੈਸਟ ਕਰਦੇ ਹੋ ਕੋਈ? ਵਿਟਾਮਿਨ ਡੀ ਸਪਲੀਮੈਂਟੇਸ਼ਨ ਡੈਫੀਨਿਟਲੀ ਆਈ ਵੁੱਡ ਰੈਕਮੈਂਡ। ਸਟਮਕ ਸਰਜਰੀ ਤੋਂ ਬਾਅਦ ਜਾਂ ਗੈਸਟ੍ਰਿਕ ਬਾਈਪਾਸ ਤੋਂ ਬਾਅਦ ਜਾਂ ਸਲੀਵ ਤੋਂ ਬਾਅਦ ਬਲੱਡ ਸ਼ੂਗਰ ਲੋ ਹੋਣ ਲੱਗ ਜਾਂਦੀ ਹੈ। ਉਹਦਾ ਕਾਰਨ ਹੁੰਦਾ ਹੈ ਕਿ ਜਦੋਂ ਅਸੀਂ ਸਟਮਕ ਛੋਟਾ ਕਰਦੇ ਹਾਂ ਤਾਂ ਗੱਟ ਦੇ ਹਾਰਮੋਨਸ ਜਿਹੜੇ ਹੈਗੇ ਆ ਉਹ ਥੋੜੇ ਜਿਹੇ ਇੰਬੈਲੈਂਸ ਹੋ ਜਾਂਦੇ ਆ। ਜਦੋਂ ਓਬੇਸਿਟੀ ਯਾਨੀ ਕਿ ਮੋਟਾਪੇ ਦੀ ਗੱਲ ਕੀਤੀ ਜਾਂਦੀ ਹੈ, ਇਹ ਇੱਕ ਡਿਜ਼ੀਜ਼ ਜਿਹਦੇ 'ਚ ਮਲਟੀਪਲ ਫੈਕਟਰਸ ਇਨਵੋਲਵਡ ਹੈਗੇ ਆ। ਜੇ ਅਸੀਂ ਇੱਕ ਯੂਨੀਵਰਸਲ ਸੋਲਿਊਸ਼ਨ ਜਾਂ ਪਲਾਨ ਦੱਸਣ ਦੀ ਕੋਸ਼ਿਸ਼ ਕਰੀਏ ਕਿ ਵਿਅਕਤੀ ਜਿਹੜਾ ਕਿ ਓਬੀਜ਼ ਹੈ, ਮੋਟਾ ਹੈ, ਉਹਨੂੰ ਕੀ ਕਰਨਾ ਚਾਹੀਦਾ, ਆਹ ਕਰ ਲੈਣਾ ਚਾਹੀਦਾ ਹੈ, ਤਾਂ ਉਹ ਸ਼ਾਇਦ ਹਰ ਕਿਸੇ ਵਾਸਤੇ ਕੰਮ ਨਹੀਂ ਕਰਨ ਵਾਲਾ, ਕਿਉਂਕਿ ਇੱਕ ਯੂਨੀਵਰਸਲ ਪਲਾਨ ਸੋਲਿਊਸ਼ਨ ਨਹੀਂ ਬਣ ਸਕਦਾ। ਪਰ ਇੰਨੀ ਗੱਲ ਜ਼ਰੂਰ ਹੈ ਕਿ ਓਬੇਸਿਟੀ ਜਿਸ ਪੱਧਰ 'ਤੇ ਵੱਧਦੀ ਜਾ ਰਹੀ ਹੈ ਉੱਥੇ ਇਹ ਸਮਝਿਆ ਜਾ ਰਿਹਾ ਹੈ ਕਿ ਇਹ ਕਲਾਈਮੇਟ ਵਾਸਤੇ ਵੀ, ਇਹ ਆਪਣੀ ਸਿਹਤ ਵਾਸਤੇ ਵੀ, ਤੇ ਦੂਸਰੀ ਤਰਫ ਯੂਥ ਨੂੰ ਵੀ ਅਵੇਅਰ ਕਰਨ ਵਾਸਤੇ ਵੀ ਬਹੁਤ ਵੱਡਾ ਇਹ ਮਸਲਾ ਬਣਦਾ ਜਾ ਰਿਹਾ। ਈਵਨ ਯੂਨਾਈਟਿਡ ਨੇਸ਼ਨਸ, ਵਰਲਡ ਹੈਲਥ ਆਰਗੇਨਾਈਜੇਸ਼ਨ ਇਸ ਸੰਬੰਧ ਦੇ ਵਿੱਚ ਕੰਮ ਕਰਨਾ ਚਾਹ ਰਹੀਆਂ ਨੇ। ਓਬੇਸਿਟੀ ਜਿਹੜੀ ਹੈ ਉਹ ਆਪਣੀ ਸਿਹਤ ਨੂੰ ਖਿਆਲ ਰੱਖਣ ਵਾਲੇ ਪਾਸੇ ਧਿਆਨ ਦਿਵਾਉਂਦੀ ਹੈ। ਹੁਣ ਜਿਹੜਾ ਲੋਕਾਂ ਦਾ ਭਾਰ ਬਹੁਤ ਜ਼ਿਆਦਾ ਵੱਧ ਗਿਆ ਹੋਵੇ, ਅਸੀਂ ਸੋਚਦੇ ਹਾਂ ਕਿ ਅਸੀਂ ਕੋਈ ਨਹੀਂ ਠੀਕ ਹੋ ਜਾਵਾਂਗੇ। ਕਈ ਵਾਰੀ ਉਹ ਸਾਡੇ ਹੱਥ ਵੱਸ ਨਹੀਂ ਹੁੰਦਾ। ਓਕੇ, ਲਾਈਫ ਸਟਾਈਲ ਚੇਂਜਸ ਦੇ ਬਾਰੇ ਅਸੀਂ ਗੱਲ ਕੀਤੀ ਸੀਗੀ, ਪਰ ਉਸ ਤੋਂ ਇਲਾਵਾ ਮੈਡੀਕੇਸ਼ਨਸ ਨੇ, ਉਸ ਤੋਂ ਇਲਾਵਾ ਡਾਕਟਰੀ ਸਲਾਹ ਹੈਗੀ ਆ, ਉਸ ਤੋਂ ਇਲਾਵਾ ਜੇਕਰ ਉਹ ਮੋਟਾਪਾ ਬਹੁਤ ਜ਼ਿਆਦਾ ਪ੍ਰੋਬਲਮ ਬਣਦਾ ਜਾ ਰਿਹਾ ਤਾਂ ਕਈ ਵਾਰੀ ਡਾਕਟਰਸ ਸਰਜਰੀ ਵਰਗੀ ਸਲਾਹ ਵੀ ਦੇ ਦਿੰਦੇ ਨੇ। ਕਿ ਓਬੀਜ਼ ਪਰਸਨ ਨੂੰ ਸਰਜਰੀ ਦੀ ਲੋੜ ਹੈ? ਪਹਿਲਾ ਸਵਾਲ ਤਾਂ ਇਹੀ। ਫਿਰ ਇਹ ਕਿ ਜੇਕਰ ਸਰਜਰੀ ਵਾਲੇ ਪਾਸੇ ਜਾਂਦੇ ਆ ਤਾਂ ਬਹੁਤੇ ਸਾਡੇ 'ਚੋਂ ਇਹ ਸੋਚਦੇ ਆ ਕਿ ਅਸੀਂ ਕੈਨੇਡਾ ਦੇ ਵਿੱਚ ਰਹਿ ਕੇ ਕੀ ਕਰਨਾ, ਅਸੀਂ ਬੈਕ ਹੋਮ ਕੰਟਰੀ 'ਚ ਜਾ ਕੇ ਕਰਾ ਲਾਂਗੇ। ਅਤੇ ਇੱਥੇ ਜਦ ਕਿ ਆਪਣੇ ਕੈਨੇਡੀਅਨ ਸਿਸਟਮ ਦੇ ਵਿੱਚ ਆਪਸ਼ਨਸ ਅਵੇਲੇਬਲ ਹੈਗੀਆਂ ਨੇ। ਅੱਜ ਇਸੇ ਕਰਕੇ ਹੀ ਆਪਣੇ ਨਾਲ ਅਸੀਂ ਮਾਹਰ ਮਹਿਮਾਨ ਨੂੰ ਸ਼ਾਮਲ ਕਰ ਰਹੇ ਹਾਂ। ਐਂਡੋਕ੍ਰਿਨੋਲੋਜਿਸਟ ਨੇ, ਉਹ ਕੰਸਲਟੈਂਟ ਨੇ, ਸਪੈਸ਼ਲਿਸਟ ਨੇ ਵਿਦ ਸਪੈਸ਼ਲ ਇੰਟਰਸਟ ਇਨ ਡਾਇਬਟੀਜ਼ ਐਂਡ ਓਬੇਸਿਟੀ, ਡਾਕਟਰ ਆਸ਼ਨਾ ਗਿੱਲ ਸਾਡੇ ਨਾਲ ਡੈਕਾ ਕਲੀਨਿਕ ਤੋਂ ਸ਼ਾਮਲ ਹੋ ਰਹੇ ਨੇ। ਡਾਕਟਰ ਗਿੱਲ, ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਗੁਰਪ੍ਰੀਤ, ਥੈਂਕ ਯੂ ਫॉर ਹੈਵਿੰਗ ਮੀ। ਡਾਕਟਰ ਗਿੱਲ, ਤੁਹਾਡੀ ਪ੍ਰੈਕਟਿਸ ਦੇ ਵਿੱਚ ਕਿੰਨੀ ਓਬੇਸਿਟੀ ਦੇ ਕੇਸਿਸ, ਪੇਸ਼ੈਂਟਸ ਜਿਹੜੇ ਆ ਤੁਸੀਂ ਦੇਖਦੇ ਹੋ? ਕਾਫੀ ਤਾਦਾਦ ਦੇ ਵਿੱਚ ਅਸੀਂ ਪੇਸ਼ੈਂਟਸ ਦੇਖਦੇ ਹਾਂ ਓਬੇਸਿਟੀ ਦੇ। ਨਾ ਸਿਰਫ ਓਬੇਸਿਟੀ ਬਲਕਿ ਜਿਸ ਤਰ੍ਹਾਂ ਟਾਈਪ 2 ਡਾਇਬਟੀਜ਼ ਹੈ ਉਹਦੇ ਵਿੱਚ ਨਾਲ ਮੋਟਾਪਾ ਵੀ ਹੁੰਦਾ। ਸੋ ਕੁੱਲ ਮਿਲਾ ਕੇ ਮੈਂ ਕਹਿ ਸਕਦੀ ਹਾਂ ਕਿ ਆਲਮੋਸਟ 50% ਜਿੰਨੇ ਪੇਸ਼ੈਂਟਸ ਅਸੀਂ ਦੇਖਦੇ ਹਾਂ ਉਹਦੇ ਵਿੱਚ ਕਿਤੇ ਨਾ ਕਿਤੇ ਵੇਟ ਕਰਕੇ ਪ੍ਰੋਬਲਮਸ ਆਈਆਂ ਹੁੰਦੀਆਂ। ਸੋ ਵੈਨ ਵੀ ਸੇ ਕਿ ਓਬੀਜ਼ ਹੈ ਕੋਈ ਪਰਸਨ, ਇੱਕ ਹੋਣਾ ਆਪਣੇ ਪਰਿਵਾਰਾਂ 'ਚ ਕਹਿ ਦਿੰਦੇ ਆ ਥੋੜਾ ਜਿਹਾ ਮੋਟਾ ਗੁਲਗੁਲੂ ਹੋਵੇ ਨਾ ਤਾਂ ਉਹ ਹੈਲਦੀ ਆ। ਹਾਂਜੀ, ਹੈ। ਤੇ ਜੇ ਦੂਸਰੇ ਪਾਸੇ ਅਸੀਂ ਓਵਰਵੇਟ ਤੇ ਤੀਸਰੇ ਪਾਸੇ ਓਬੀਜ਼ ਕਹੀਏ, ਇਹਨਾਂ 'ਚ ਫਰਕ ਹੈਗਾ? ਬਿਲਕੁਲ, ਹਾਂਜੀ, ਬਿਲਕੁਲ ਫਰਕ ਹੈਗਾ। ਅਤੇ ਸਭ ਦੀ ਬੋਡੀ ਟਾਈਪ ਵੀ ਡਿਫਰੈਂਟ ਹੁੰਦੀ ਹੈ। ਅਸੀਂ ਜਦੋਂ ਓਬੀਜ਼ ਕਿਸੇ ਨੂੰ ਕਹੀਏ ਕਿ ਕਿਸੇ ਦੀ ਓਬੇਸਿਟੀ ਪ੍ਰੋਬਲਮ ਚੱਲ ਰਹੀ ਹੈ ਅਤੇ ਉਹਦੇ ਵਿੱਚ ਅਸੀਂ ਕੁਛ ਨੰਬਰਸ ਜਿਵੇਂ ਦੇਖਦੇ ਹਾਂ। ਬੋਡੀ ਮਾਸ ਇੰਡੈਕਸ ਕਰਕੇ ਇੱਕ ਅੰਕੜਾ ਅਸੀਂ ਯੂਜ਼ ਕਰਦੇ ਹਾਂ। ਫਾਰਮੂਲਾ ਕੈਲਕੂਲੇਟ ਕਰਨ ਦਾ ਹੁੰਦਾ ਕਿ ਸਾਡਾ ਵੇਟ ਕਿੰਨਾ ਹੈ ਅਤੇ ਸਾਡੀ ਹਾਈਟ ਕਿੰਨੀ ਹੈ। ਉਹਦੇ ਬੇਸ 'ਤੇ ਜੇ ਉਹ ਨੰਬਰ ਜਿਹੜਾ ਹੈਗਾ 30 ਤੋਂ ਉੱਪਰ ਹੈ, ਜਨਰਲ ਕੌਕੇਜ਼ਨ ਪਾਪੂਲੇਸ਼ਨ ਅਸੀਂ ਕਹਿ ਦਿੰਦੇ ਹਾਂ ਕਿ ਇਹ ਇਨਸਾਨ
ਇਨਸਾਨ ਓਬੀਸ ਹੈ, ਤੇ ਜੇ 26 ਤੋਂ 29.9 ਜਾਂ 30 ਤੱਕ ਹੈ ਤੇ ਅਸੀਂ ਓਵਰਵੇਟ ਕਹਿ ਦਿੰਦੇ ਹਾਂ। ਲੇਕਿਨ ਜਿਹੜੀ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਹੈ, ਸਾਊਥ ਏਸ਼ੀਅਨ ਪੋਪੂਲੇਸ਼ਨ ਦੇ ਵਿੱਚ ਇਹ ਜਨਰਲਾਈਜ਼ਡ ਆંકੜਾ ਕੰਮ ਨਹੀਂ ਕਰਦਾ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕੁਝ ਸਪੈਸ਼ਲ ਫਿਗਰ ਸਾਨੂੰ ਦਿੱਤੀਆਂ ਕਿ ਜਿਵੇਂ ਸਾਊਥ ਏਸ਼ੀਅਨ ਪੋਪੂਲੇਸ਼ਨ ਦੇ ਵਿੱਚ ਅਗਰ ਕੋਈ 23 BMI ਤੋਂ ਨੀਚੇ ਹੈ ਤੇ ਉਹ ਨਾਰਮਲ BMI ਮੰਨੀ ਜਾਂਦੀ ਹੈ, ਜਦ ਕਿ ਕਾਕੇਸ਼ੀਅਨ ਜਾਂ ਵਾਈਟ ਪੋਪੂਲੇਸ਼ਨ ਜਾਂ ਜਨਰਲ ਪੋਪੂਲੇਸ਼ਨ 'ਚ 25 ਤੋਂ ਨੀਚੇ ਨਾਰਮਲ ਮੰਨੀ ਜਾਂਦੀ ਹੈ। ਸੋ 23 ਤੋਂ 27 ਤੱਕ ਅਸੀਂ ਕਹਿੰਦੇ ਹਾਂ ਕਿ ਓਵਰਵੇਟ ਹੈ ਸਾਊਥ ਏਸ਼ੀਅਨ ਪਰਸਨ ਇਫ ਦੇ ਹੈਵ ਦੈਟ BMI, ਤੇ 27 ਤੋਂ ਬਾਅਦ ਓਬੀਸਿਟੀ ਹੋ ਜਾਂਦੀ ਹੈ ਸਾਊਥ ਏਸ਼ੀਅਨ। ਸੋ ਸਾਡੀ ਵੇਸਟ ਸਰਕਮਫਰੈਂਸ 'ਤੇ ਵੀ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਆਪ ਨੂੰ ਕਹਿ ਸਕਦੇ ਹਾਂ ਕਿ ਸਾਡੇ 'ਚ ਜ਼ਿਆਦਾ ਫੈਟ ਡੈਪੋਜੀਸ਼ਨ ਹੋਈ ਹੈ ਜਾਂ ਨਹੀਂ, ਤੇ ਨੈਕ ਸਰਕਮਫਰੈਂਸ ਅਸੀਂ ਮੈਜ਼ਰ ਕਰ ਸਕਦੇ ਹਾਂ। ਸੋ ਜੋ ਅਸੀਂ ਵੇਸਟ ਸਰਕਮਫਰੈਂਸ ਦੀ ਗੱਲ ਕਰਦੇ ਹਾਂ ਤਾਂ ਮੇਲਸ ਦੇ ਵਿੱਚ ਜੇ 90 ਸੈਂਟੀਮੀਟਰਸ ਤੋਂ ਜ਼ਿਆਦਾ ਹੈ ਵੇਸਟ ਸਰਕਮਫਰੈਂਸ ਤੁਹਾਡੀ, ਤਾਂ ਡੈਫੀਨੇਟਲੀ ਵੀ ਕੈਨ ਸੇ ਕਿ ਜ਼ਿਆਦਾ ਐਕਸੈਸਿਵ ਫੈਟ ਹੈ ਜਿੰਨਾ ਹੋਣਾ ਚਾਹੀਦਾ ਉਹਦੇ ਨਾਲੋਂ। ਔਰ ਫੀਮੇਲਸ ਦੇ ਵਿੱਚ ਇਹ 80 ਸੈਂਟੀਮੀਟਰਸ ਜਿਹੜਾ ਇਹਨੂੰ ਮੰਨਿਆ ਜਾਂਦਾ ਹੈ। ਸੋ ਇਸ ਤਰੀਕੇ ਨਾਲ ਆਪਾਂ ਮੈਜ਼ਰ ਕਰ ਸਕਦੇ ਹਾਂ, ਤੇ ਫਾਈਨ ਲਾਈਨ ਹੈ ਬਿਟਵੀਨ ਬੀਇੰਗ ਓਵਰਵੇਟ ਐਂਡ ਓਬੀਸ। ਲੇਕਿਨ ਜਿਹੜੀਆਂ ਬਿਮਾਰੀਆਂ ਓਬੀਸਿਟੀ ਦੇ ਜਾਂ ਓਵਰਵੇਟ ਹੋਣ ਦੇ ਨਾਲ ਆਉਂਦੀਆਂ ਨੇ ਉਹ ਇੱਕ ਸਪੈਕਟਰਮ ਹੈ। ਤੁਸੀਂ ਸਮਝ ਲਓ ਓਬੀਸਿਟੀ ਜਾਂ ਜਿਹੜਾ ਮੋਟਾਪਾ ਹੈ ਜਾਂ ਓਵਰਵੇਟ ਹੋਣਾ ਇੱਕ ਤਰ੍ਹਾਂ ਦੀ ਅੰਬਰੈਲਾ ਹੈ, ਇਹਦੇ ਨੀਚੇ ਡਜ਼ਨਸ ਹੰਡਰਡਸ ਆਫ ਜਿਹੜੀਆਂ ਡਿਜ਼ੀਜ਼ਸ ਹੈਗੀਆਂ ਉਹ ਪਨਪ ਸਕਦੀਆਂ। ਸੋ ਜਿਵੇਂ ਜੇ ਕਿਸੇ ਦੀ ਦਾ ਬੋਡੀ ਵੇਟ ਜ਼ਿਆਦਾ ਹੈ ਉਹਦੇ 'ਚ ਅਸੀਂ ਕਹਿੰਦੇ ਹਾਂ ਕਿ ਦੇ ਹੈਵ ਹਾਈ ਰਿਸਕ ਆਫ ਟਾਈਪ 2 ਡਾਇਬੀਟੀਜ਼, ਹਾਰਟ ਡਿਜ਼ੀਜ਼, ਸਟ੍ਰੋਕ, ਫਿਰ ਗਾਊਟ ਹੋ ਜਾਂਦਾ ਕਈਆਂ ਨੂੰ ਕਈ ਤਰ੍ਹਾਂ ਦੇ ਕੈਂਸਰਸ ਜਿਵੇਂ ਕੋਲਨ ਕੈਂਸਰ ਦਾ ਰਿਸਕ ਵੱਧਦਾ ਹੈਗਾ, ਫੀਮੇਲਸ ਦੇ ਵਿੱਚ ਯੂਟਰਾਈਨ ਕੈਂਸਰ ਦਾ, ਬ੍ਰੈਸਟ ਕੈਂਸਰ ਦਾ, ਇਸ ਤਰ੍ਹਾਂ ਕਈ ਹੋਰ ਡਿਜ਼ੀਜ਼ਸ ਹੈਗੀਆਂ ਜਿਹੜੀਆਂ ਇਹਦੇ ਨਾਲ ਚੱਲਦੀਆਂ। ਐਂਡ ਜਿੰਨਾ ਵੇਟ ਵਧੀ ਜਾਏਗਾ, ਜਿੰਨਾ ਫੈਟ ਐਕਿਊਮੂਲੇਸ਼ਨ ਹੁੰਦੀ ਜਾਏਗੀ ਬੋਡੀ 'ਚ, ਉਨੀ ਜ਼ਿਆਦਾ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਵੱਧਦੀਆਂ ਜਾਣਗੀਆਂ, ਰਾਈਟ। ਡਾਕਟਰ ਗਿੱਲ, ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਮੋਟਾਪਾ ਹੋ ਗਿਆ, ਉਹ ਕਿਸ ਕਾਰਨ ਹੋਇਆ ਇਹ ਸਮਝ ਨਹੀਂ ਆਉਂਦੀ, ਕਿਉਂਕਿ ਤੁਸੀਂ ਅਕਸਰ ਲੋਕਾਂ ਨੂੰ ਸੁਣਿਆ ਹੋਣਾ ਕਿ ਸਾਨੂੰ ਤਾਂ ਪਾਣੀ ਵੀ ਘਿਓ ਵਾਂਗੂ ਲੱਗਦਾ। ਹਾਂਜੀ, ਬਿਲਕੁਲ। ਸੋ ਇਹਦੇ ਕਈ ਕਾਰਨ ਹੋ ਸਕਦੇ ਨੇ। ਨੈਚੁਰਲੀ ਇਹਦਾ ਸਿਰਫ ਇੱਕ ਕਾਰਨ ਇਹ ਨਹੀਂ ਹੈਗਾ ਕਿ ਕੋਈ ਜ਼ਿਆਦਾ ਖਾ ਰਿਹਾ, ਇਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਐਕਟੀਵਿਟੀ ਘੱਟ ਗਈ ਹੈ। ਮੈਂ ਅਕਸਰ ਦੇਖਦੀ ਹਾਂ ਯੰਗ ਫੀਮੇਲਸ ਦੇ ਵਿੱਚ ਜਦੋਂ ਹਾਈ ਸਕੂਲ ਤੋਂ ਬਾਅਦ ਗ੍ਰੈਜੂਏਟ ਕਰਦੀਆਂ ਨੇ, ਸਪੋਰਟਸ ਛੁੱਟ ਜਾਂਦੀਆਂ ਨੇ, ਬਿਜ਼ੀ ਹੋ ਜਾਂਦੇ ਆ। ਫॉर ਬॉयਜ਼ ਆਲਸੋ ਯੂਨੀਵਰਸਿਟੀ ਚਲੇ ਗਏ, ਪੜ੍ਹਾਈ ਜ਼ਿਆਦਾ ਹੋਣ ਲੱਗ ਗਈ ਜਾਂ ਕੰਮ 'ਚ ਪੈ ਗਏ, ਐਂਡ ਦੈਨ ਦੇ ਡੋਂਟ ਡੂ ਦੈਟ ਐਕਸਰਸਾਈਜ਼ ਜਿਹੜੀ ਉਹ ਸਕੂਲ ਟਾਈਮ ਕਰਦੇ ਸੀ, ਤੇ ਹੌਲੀ ਹੌਲੀ ਸਾਡੀ ਬੋਡੀ ਫੈਟ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਬਿਕਾਜ਼ ਵੀ ਆਰ ਨਾਟ ਯੂਜ਼ਿੰਗ ਇਟ। ਤੇ ਕੁਝ ਪ੍ਰੋਬਲਮਸ ਇਹ ਹੁੰਦੀਆਂ ਜਿਸ ਤਰ੍ਹਾਂ ਕੋਈ ਥਾਇਰੋਇਡ ਦੀ ਕਿਸੇ ਨੂੰ ਪ੍ਰੋਬਲਮ ਹੋਵੇ, ਹਾਰਮੋਨਸ ਦੀ। ਕਈ ਵਾਰ ਸਾਡੀ ਬੋਡੀ ਬਹੁਤ ਜ਼ਿਆਦਾ ਸਟ੍ਰੈਸ 'ਚ ਹੋਵੇ, ਅਗਰ ਸਟ੍ਰੈਸ ਹਾਰਮੋਨ ਵੈਸੇ ਹੀ ਸਟ੍ਰੈਸ ਕਰਕੇ ਵਧੇ, ਉਹਦੇ ਨਾਲ ਵੀ ਮੋਟਾਪਾ ਹੁੰਦਾ। ਕੁਝ ਰੇਅਰ ਡਿਜ਼ੀਜ਼ਸ ਹੁੰਦੀਆਂ ਜਿਸ 'ਚ ਸਟ੍ਰੈਸ ਹਾਰਮੋਨ ਇੰਨਾ ਜ਼ਿਆਦਾ ਬਣਾਉਂਦੀ ਹੈ ਸਾਡੀ ਬੋਡੀ ਜਸਟ ਆਊਟ ਆਫ ਪ੍ਰੋਪੋਰਸ਼ਨ, ਉਹਦੇ ਨਾਲ ਵੀ ਹੋ ਜਾਂਦਾ ਹੈ। ਕੁਝ ਹੋਰ ਬਹੁਤ ਹੀ ਰੇਅਰ ਜੀਆਂ ਬਿਮਾਰੀਆਂ ਜਿਹੜੀਆਂ ਕਿ 1 in a million ਤੋਂ ਵੀ ਕਿਤੇ ਘੱਟ ਹੁੰਦੀਆਂ, ਜਿਵੇਂ ਐਕਰੋਮੈਗਲੀ ਜਾਂ ਐਕਸੈਸਿਵ ਗਰੋਥ ਹਾਰਮੋਨ ਦਾ बढ़ना, ਉਹਦੇ ਨਾਲ ਵੀ ਹੁੰਦੀ ਹੈ। ਸੋ ਸਲੀਪ ਡਿਸਟਰਪਸ਼ਨ ਹੈ, ਅਗਰ ਕੋਈ ਨਾਈਟ ਸ਼ਿਫਟ ਕਰ ਰਿਹਾ, ਦੈਟ ਆਲਸੋ ਕਾਜ਼ਜ਼ ਲੋਟ ਆਫ ਸਟ੍ਰੈਸ। ਫਿਰ ਉਹਦੇ ਨਾਲ ਜਿਹੜੇ ਸਾਡੇ ਹਾਰਮੋਨਸ ਹੈ, ਜਦੋਂ ਸਲੀਪ ਅਸੀਂ ਨਹੀਂ ਪੂਰੀ ਲੈਂਦੇ ਤਾਂ ਜਿਹੜੇ ਹੰਗਰ ਵਾਲੇ ਹਾਰਮੋਨਸ ਆ ਉਹ ਜ਼ਿਆਦਾ ਦੇ ਬਿਕਮ ਮੋਰ ਅਗਰੈਸਿਵਲੀ, ਕਹਿ ਲਓ ਨਾ, ਲੈਵਲ ਵੱਧ ਜਾਂਦਾ ਹੈ। ਅਤੇ ਸਟਾਈਟੀ ਯਾਨੀ ਕਿ ਸਾਨੂੰ ਲੱਗਦਾ ਕਿ ਅਸੀਂ ਫੁੱਲ ਹੈ, ਉਹ ਹਾਰਮੋਨਸ ਦੇ ਲੈਵਲਸ ਘਟਣ ਲੱਗ ਜਾਂਦੇ ਆ। ਸੋ ਇਹ ਹਾਰਮੋਨ ਇੰਬੈਲੈਂਸ ਨਾ ਸਿਰਫ ਅਸੀਂ ਮੇਲ ਫੀਮੇਲ ਹਾਰਮੋਨ ਨਹੀਂ, ਬਟ ਥਾਇਰੋਇਡ ਦਾ, ਕੋਰਟੀਜ਼ੋਲ ਜਿਹੜਾ ਸਟ੍ਰੈਸ ਹਾਰਮੋਨ ਹੈ, ਪਲੱਸ ਜਿਹੜੇ ਭੁੱਖ ਲਗਾਉਣ ਦੇ ਹਾਰਮੋਨਸ ਹੈ, ਇਹ ਸਾਰਿਆਂ ਦਾ ਜੇ ਇੰਬੈਲੈਂਸ ਹੋ ਜਾਏ ਬਿਕੋਜ਼ ਆਫ ਲਾਈਫ ਸਟਾਈਲ ਔਰ ਬਿਕੋਜ਼ ਆਫ ਡਿਜ਼ੀਜ਼, ਕੋਈ ਐਕਚੁਅਲ ਬਿਮਾਰੀ ਹੋਵੇ, ਤੇ ਉਹ ਵੀ ਇੱਕ ਕਾਰਨ ਹੋ ਸਕਦਾ ਹੈ। ਸਟ੍ਰੈਸ ਜਿਹੜਾ ਹੈ ਉਹ ਮੋਟਾਪੇ ਨੂੰ ਕਾਜ਼ ਕਰਦਾ ਹੈ? ਬਿਲਕੁਲ, ਹਾਂਜੀ। ਜਿਵੇਂ ਮੈਂ ਕਿਹਾ ਕਿ ਜਦੋਂ ਅਸੀਂ ਕ੍ਰੋਨਿਕ ਸਟ੍ਰੈਸ 'ਚ ਜਾਂਦੇ ਹਾਂ ਤਾਂ ਜਿਹੜੀ ਬੋਡੀ ਹੈਗੀ ਹੈ ਉਹ ਸਟ੍ਰੈਸ ਹਾਰਮੋਨਸ ਪੂਰਾ ਟਾਈਮ ਰਿਲੀਜ਼ ਕਰਦੇ। ਫॉर एग्जांपल ਇਫ ਸਮਵਨ ਇਜ਼ ਕ੍ਰੋਨਿਕਲੀ ਸਟ੍ਰੈਸਡ ਬਿਕੋਜ਼ ਆਫ ਵਰਕ ਜਾਂ ਪਰਸਨਲ ਰਿਲੇਸ਼ਨਸ਼ਿਪਸ, ਇੱਕ ਤੇ ਉਹਦੇ ਨਾਲ ਭੁੱਖ ਜ਼ਿਆਦਾ ਲੱਗਦੀ ਹੈ, a lot of people. So there are two types of hunger. ਇੱਕ ਤਾਂ normal body hunger ਹੋ ਗਿਆ, ਜਿਹੜਾ ਅਸੀਂ ਭੁੱਖ ਲੱਗੀ ਹੈ food ਖਾਣਾ because we need energy. The other type is this reward hunger where you're stressed, you feel ਕਿ ਅਸੀਂ ਆ ਖਾਣਾ ਖਾ ਲਈਏ ਤਾਂ will feel better. ਉਹ temporary relief ਹੈ, but then that gets converted, ਜਿਹੜੀ extra calories ਅਸੀਂ ਖਾਧੀਆਂ ਉਹ fat ਬਣ ਜਾਂਦੀਆਂ, ਉਹ deposit ਹੋ ਜਾਂਦੀਆਂ।
ਸੋ ਸਟ੍ਰੈਸ ਦੇ ਨਾਲ ਭੁੱਖ ਵੀ ਵੱਧਦੀ ਹੈ, ਸਟ੍ਰੈਸ ਦੇ ਨਾਲ ਹਾਰਮੋਨ ਜਿਹੜਾ ਸਟ੍ਰੈਸ ਹਾਰਮੋਨ ਹੈ ਉਹ ਜ਼ਿਆਦਾ ਫੈਟ ਐਕਿਊਮੂਲੇਟ ਕਰਨ ਵੱਲ ਕੰਮ ਕਰਦਾ ਹੈ, ਫੈਟ ਬਰਨਿੰਗ ਨੂੰ ਰੋਕਦਾ ਹੈ, ਕਿਉਂਕਿ ਉਹ ਸਾਡੀ ਬਾਡੀ ਨੂੰ ਇਸ ਤਰ੍ਹਾਂ ਲੱਗਦਾ ਕਿ ਵੀ ਆਰ ਇਨ ਅ situation where we need to conserve more energy ਕਿਉਂਕਿ we are not feeling good, we are not feeling well. So stress is definitely a big factor. ਮੈਂ ਇੱਕ ਜਗ੍ਹਾ ਪੜ੍ਹ ਰਹੀ ਸੀਗੀ, ਕਹਿੰਦੇ ਕਿ ਜਿਹੜਾ ਮੋਟਾਪਾ ਹੈ ਉਹਦੇ 'ਚ ਜਿਹੜਾ ਫੈਟ ਐਕਿਊਮੂਲੇਟ ਹੋਣ ਲੱਗ ਜਾਂਦਾ, ਜੇਕਰ ਨਾੜੀਆਂ ਦੇ ਵਿੱਚ ਫੈਟ ਐਕਿਊਮੂਲੇਟ ਹੋਈ ਜਾਂਦਾ ਉਹ ਬਹੁਤ ਜ਼ਿਆਦਾ ਖਤਰਨਾਕ। ਜੇ ਨਾੜੀਆਂ 'ਚ ਐਕਿਊਮੂਲੇਟ ਹੋ ਰਿਹਾ ਤਾਂ ਫਿਰ ਉਹ ਡਿਪੈਂਡ ਕਰਦਾ, ਜਿਸ ਤਰ੍ਹਾਂ ਹਾਰਟ ਡਿਜ਼ੀਜ਼ ਦਾ ਰਿਸਕ ਵਧੇਗਾ, ਠੀਕ ਹੈ, ਸਟ੍ਰੋਕ ਦਾ, ਪੈਰਾਲਿਸਿਸ ਦਾ, ਅਧਰੰਗ ਦਾ ਰਿਸਕ ਵੱਧ ਜਾਂਦਾ ਉਹਦੇ ਨਾਲ। ਅਤੇ ਫੈਟ ਦੀ ਐਕਿਊਮੂਲੇਸ਼ਨ ਹੋਰ ਕਈ ਤਰ੍ਹਾਂ ਦੀ ਹੁੰਦੀ ਹੈ, ਜਿਸ ਤਰ੍ਹਾਂ ਕਈ ਲੋਕਾਂ ਦਾ ਫੈਟ ਮੋਸਟਲੀ ਹੁੰਦਾ ਹੈ ਉਹਨਾਂ ਦੀ ਸਕਿਨ ਦੇ ਥੱਲੇ, ਜਿਹਨੂੰ ਅਸੀਂ ਸਬਕਿਊਟੇਨੀਅਸ ਫੈਟ ਕਹਿੰਦੇ ਹਾਂ। ਇਹ ਫੈਟ ਇੰਨਾ ਡੇਂਜਰਸ ਨਹੀਂ ਹੁੰਦਾ, ਇਹਦੇ ਨਾਲ ਇੰਨੀਆਂ ਬਿਮਾਰੀਆਂ ਨਹੀਂ ਲੱਗਦੀਆਂ। ਸੋ ਇੱਕ ਪਰਸਨ ਹੂ ਹੈਜ਼ ਅ ਹਾਈ BMI, ਜੇ ਉਹਨਾਂ ਜ਼ਿਆਦਾ ਫੈਟ ਉਹਨਾਂ ਦੀਆਂ ਬਾਹਾਂ 'ਚ, ਲੱਤਾਂ 'ਚ ਜਾਂ ਉਹਨਾਂ ਦੇ ਅਰਾਊਂਡ ਵੇਸਟ, ਹਿਪ ਦੇ ਅਰਾਊਂਡ ਹੈ, ਅਤੇ ਉਹ ਇੰਨਾ ਡੇਂਜਰਸ ਨਹੀਂ। ਹਾਊਐਵਰ ਜਿਹੜਾ ਵੇਸਟ 'ਤੇ ਫੈਟ ਹੁੰਦਾ ਜਾਂ ਮਿਡ ਸੈਕਸ਼ਨ 'ਚ ਹੁੰਦਾ, ਜਿਹੜਾ ਸਾਡੇ ਲਿਵਰ ਦੇ, ਪੈਨਕ੍ਰੀਆਸ ਦੇ, ਸਾਡੇ ਔਰਗਨਸ ਦੇ ਅਰਾਊਂਡ ਫੈਟ ਹੈ, ਇਹ ਜਿਹੜਾ ਫੈਟ ਹੈ ਮਿਡ ਸੈਕਸ਼ਨ ਵਾਲਾ ਫੈਟ, ਜਿਹਨੂੰ ਅਸੀਂ ਬੈਲੀ ਫੈਟ ਕਹਿੰਦੇ ਹਾਂ, ਇਹ ਬਹੁਤ ਡੇਂਜਰਸ ਹੈ, ਕਿਉਂਕਿ ਇਹਦੇ ਐਕਿਊਮੂਲੇਸ਼ਨ ਦੇ ਨਾਲ ਜ਼ਿਆਦਾ ਬਿਮਾਰੀਆਂ ਹੋਣ ਦਾ ਚਾਂਸ ਹੁੰਦਾ। ਇਹਦੇ ਨਾਲ ਟਾਈਪ 2 ਡਾਇਬਟੀਜ਼, ਲਿਵਰ ਦੀਆਂ ਪ੍ਰੋਬਲਮਸ, ਹੋਰ ਜਿੰਨੀਆਂ ਵੀ ਅਸੀਂ ਕੰਡੀਸ਼ਨਸ ਬਾਰੇ ਸੁਣਦੇ ਹਾਂ ਕਿ ਓਬੀਸਿਟੀ ਕਰਕੇ ਹੋਈਆਂ, ਉਹ ਜ਼ਿਆਦਾਤਰ ਮਿਡ ਸੈਕਸ਼ਨ ਜਾਂ ਜਿਹੜਾ ਵਿਜ਼ਰਲ ਫੈਟ ਹੈ, ਵਿਜ਼ਰਲ ਮਤਲਬ ਸਾਡੇ ਅੰਗਾਂ ਦੇ ਆਸ-ਪਾਸ ਹੁੰਦਾ, ਉਹਦੇ ਤੋਂ। ਐਂਡ ਦੈਨ ਆਫ ਕੋਰਸ ਜਿਹੜਾ ਬਲੱਡ ਵੈਸਲ ਜਾਂ ਨਾੜੀਆਂ 'ਚ ਚਲਾ ਜਾਂਦਾ, ਉਹ ਤਾਂ ਬਹੁਤ ਹੀ ਜ਼ਿਆਦਾ ਡੇਂਜਰਸ ਹੈ। ਫਿਰ ਦੈਟ ਇਜ਼ ਦ ਨੈਕਸਟ ਸਟੇਜ। ਓਕੇ, ਕਈ ਕਹਿੰਦੇ ਆ ਕਿ ਵੀ ਉੱਦਾਂ ਤਾਂ ਨਹੀਂ ਅਸੀਂ ਮੋਟੇ ਆ, ਸਾਡਾ ਢਿੱਡ ਹੀ ਵੱਡਾ ਆ। ਹਾਂਜੀ, ਬਿਲਕੁਲ। ਸੋ ਇਹ ਜੋਕਸ ਅਪਾਰਟ, ਪਰ ਜਿਹੜਾ ਢਿੱਡ ਹੀ ਵੱਡਾ, ਇਹੀ ਸਭ ਤੋਂ ਵੱਡੀ ਪ੍ਰੋਬਲਮ ਹੈ, ਬਿਕੋਜ਼ ਦਿਸ ਇਜ਼ ਦ ਮੋਸਟ ਡੇਂਜਰਸ ਟਾਈਪ of fat that one can have. ਪਹਿਲਾਂ ਤਾਂ ਇਹ ਕਿ ਸਾਡੀ ਡਾਈਟ ਠੀਕ ਨਹੀਂ ਹੈ, ਕਿੱਥੇ ਸਾਡੇ ਕੋਲੋਂ ਗਲਤੀਆਂ ਹੋ ਰਹੀਆਂ, ਲਾਈਫ ਸਟਾਈਲ, ਫਿਰ ਅਦਰਵਾਈਜ਼ ਜੇਕਰ ਸਾਡੇ ਕੰਟਰੋਲ ਤੋਂ ਬਾਹਰ ਹੋ ਗਿਆ ਕੀ ਕਰਨਾ, ਉਹਦੇ ਬਾਰੇ ਗੱਲ ਕਰਾਂਗੇ। ਹਾਂਜੀ, ਸੋ ਡੈਫੀਨੇਟਲੀ ਡਾਇਟ ਤੇ ਫਿਜ਼ੀਕਲ ਐਕਟੀਵਿਟੀ ਦੋ ਬਹੁਤ ਇੰਪੋਰਟੈਂਟ ਪਿਲਰਸ ਹੈਗੇ ਹੈ। ਇਹਦੇ ਵਿੱਚ ਆਪਾਂ ਜੇ ਆਪਣਾ ਵੇਟ ਕੰਟਰੋਲ ਕਰਨਾ ਹੈ ਜਾਂ ਵੇਟ ਜ਼ਿਆਦਾ ਹੋ ਗਿਆ, ਵੇਟ ਲੂਜ਼ ਕਰਨਾ ਹੈ, ਫੈਟ ਜ਼ਿਆਦਾ ਡਿਪੋਜ਼ਿਟ ਹੋ ਰਹੀ ਹੈ ਬਾਡੀ 'ਚ, ਅਤੇ ਇਹ ਜੇ ਅਸੀਂ ਨਹੀਂ ਰੋਕਦੇ ਟਾਈਮ 'ਤੇ ਤਾਂ ਇਹ ਇੱਕ ਕਰੋਨਿਕ ਬਿਮਾਰੀ ਬਣ ਜਾਂਦੀ ਹੈ, ਜਿਵੇਂ ਲਾਈਫ ਲੌਂਗ ਹੀ ਇੱਕ ਤਰ੍ਹਾਂ ਦੀ ਪ੍ਰੋਬਲਮ ਇਹ ਬਣ ਜਾਂਦੀ ਹੈ। ਸੋ ਡਾਇਟ ਦੇ ਵਿੱਚ ਇਸ ਤਰ੍ਹਾਂ ਹੈ ਕਿ ਸਮਟਾਈਮਸ ਅਸੀਂ ਬਹੁਤ ਸਾਰੇ ਫੈਡਸ ਆਉਂਦੇ ਰਹਿੰਦੇ, ਜਾਂਦੇ ਰਹਿੰਦੇ, ਕਦੇ ਕੋਈ ਡਾਇਟ ਫੈਸ਼ਨ 'ਚ ਹੁੰਦੀ ਹੈ, ਕਦੇ ਇੰਟਰਮਿਟੈਂਟ ਫਾਸਟਿੰਗ ਹੋ ਜਾਂਦੀ ਹੈ। ਸੋ ਦੇਰ ਇਜ਼ ਨੋ ਵਨ ਸੋਲਿਊਸ਼ਨ ਦੈਟ ਵਰਕਸ ਫॉर एवरीवन। ਇਨ ਜਨਰਲ ਆਈ ਡੋਂਟ ਵਾਂਟ ਟੂ ਗੋ ਇਨਟੂ ਐਨੀ ਬਹੁਤ ਕੋਈ ਬਰੀਕੀ 'ਚ ਨਹੀਂ, ਬਟ ਇਨ ਜਨਰਲ ਜਿਹੜਾ ਬੜਾ ਸਿੰਪਲ ਇੱਕ ਨੋਰਮਲ ਪੈਟਰਨ ਡਾਇਟ ਦਾ ਸਾਨੂੰ ਫੋਲੋ ਕਰਨਾ ਚਾਹੀਦਾ, ਉਹ ਇਹ ਕਿ ਵੀ ਸ਼ੁੱਡ ਹੈਵ small portions but nicely spaced 3 meals ਜੇ ਤੁਸੀਂ ਲੈ ਰਹੇ ਹੋ, ਕੋਸ਼ਿਸ਼ ਕਰੋ ਕਿ ਤੁਹਾਡਾ ਕਾਰਬੋਹਾਈਡਰੇਟ ਜਿਵੇਂ ਰੋਟੀ, ਨਾਨ, ਰਾਈਸ ਜਾਂ ਕੋਈ ਜਿਹੜੀ ਗ੍ਰੇਨਸ, ਜੇ ਰੈਗੂਲਰ ਗ੍ਰੇਨਸ ਖਾ ਰਹੇ ਹੋ ਤਾਂ ਸਮਾਲ ਪੋਰਸ਼ਨ ਹੋਣਾ ਚਾਹੀਦਾ, 1/4 ਪਲੇਟ ਦਾ ਸਾਡਾ ਉਹ ਹੋਣਾ ਚਾਹੀਦਾ। ਕੋਸ਼ਿਸ਼ ਕਰੋ ਕਿ 1/4 ਪੋਰਸ਼ਨ ਦੇ ਵਿੱਚ ਪ੍ਰੋਟੀਨ ਕੋਈ ਨਾ ਕੋਈ ਹੋਵੇ। ਇਫ ਯੂ ਆਰ ਵੈਜੀਟੇਰੀਅਨ ਦੈਨ ਟਰਾਈ ਟੂ ਐਡ ਟੋਫੂ, ਪਨੀਰ ਔਰ chickpeas, beans, lentils। ਅਤੇ ਅਗਰ ਨੋਨ ਵੈਜੀਟੇਰੀਅਨ ਹੈ ਤਾਂ ਚਿਕਨ, ਫਿਸ਼ ਔਰ ਲੀਨ ਮੀਟ ਆਪਸ਼ਨਸ। ਅਤੇ ਡਾਇਟ ਦੇ ਨਾਲ ਨਾਲ ਇਹ ਵੀ ਇੰਪੋਰਟੈਂਟ ਹੈ ਕਿ ਅਸੀਂ ਤੁਰ ਫਿਰ ਕਿੰਨਾ ਰਹੇ ਹਾਂ। ਇਫ ਵੀ ਆਰ ਸਿਟਿੰਗ ਆਲ ਡੇ, ਡੈਫੀਨੇਟਲੀ ਅਸੀਂ ਇੰਨੀਆਂ ਕੈਲੋਰੀਜ਼ ਉਹ ਸਪੈਂਡ ਨਹੀਂ ਕਰ ਰਹੇ ਜਿੰਨੀਆਂ ਅਸੀਂ ਕੰਜ਼ਿਊਮ ਕਰ ਰਹੇ ਹਾਂ। ਸੋ ਇੱਕ ਦਿਨ ਦੇ ਵਿੱਚ ਜੇ ਤੁਸੀਂ 30 ਮਿੰਟਸ ਮੋਡਰੇਟ ਇੰਟੈਂਸਿਟੀ ਫਿਜ਼ੀਕਲ ਐਕਸਰਸਾਈਜ਼ ਕਰ ਸਕੋ, ਜਿਹਦੇ ਤੁਹਾਨੂੰ ਕੁਛ ਬਾਡੀ ਨੂੰ ਫੀਲ ਹੋਏ ਕਿ ਹਾਰਟ ਰੇਟ ਉੱਪਰ ਜਾ ਰਿਹਾ ਹੈ, ਯੂ ਫੀਲਿੰਗ ਹਫਡ ਐਂਡ ਪਫਡ, ਦੈਟ ਇਜ਼ ਵਾਟ ਯੂ ਨੀਡ ਟੂ ਸਟਾਰਟ ਬਰਨਿੰਗ ਦੋਜ਼ ਕੈਲੋਰੀਜ਼। ਔਰ ਜੇ ਤੁਸੀਂ ਵੇਟ ਲੂਜ਼ ਕਰ ਰਹੇ ਹੋ ਆਪਣੀ ਕੈਲੋਰੀ ਰਿਸਟ੍ਰਿਕਸ਼ਨ ਦੇ ਨਾਲ, ਜਾਂ then to maintain that physical activity comes in play quite a bit, ਹੈ ਨਾ। ਅਤੇ ਨਾਲ ਦੀ ਨਾਲ ਉਹਦੇ sleep is very important। ਜੇ ਤੁਸੀਂ ਨੀਂਦ ਨਹੀਂ ਪੂਰੀ ਲੈ ਰਹੇ then your stress hormone levels go up and your hunger hormones go up, ਅਤੇ ਉਹਦੇ ਨਾਲ ਫਿਰ ਤੁਹਾਡਾ weight loss ਦੀ ਜਰਨੀ 'ਚ ਪ੍ਰੋਬਲਮ ਆਏਗੀ। ਜੇ chronic stress ਹੈ ਤਾਂ ਵੀ। ਸੋ diet is one aspect and as important as physical activity, ਅਤੇ ਨਾਲ ਨਾਲ ਤੁਸੀਂ ਨੀਂਦ ਪੂਰੀ ਲੈਣੀ ਵੀ ਬਹੁਤ ਜ਼ਰੂਰੀ ਹੈ। ਸ਼ੂਗਰ, ਜਿਹੜੀ ਸਿੰਪਲ ਸ਼ੂਗਰ ਹੈ, ਇਹਨੂੰ ਬਿਲਕੁਲ ਆਪਣੀ ਡਾਇਟ 'ਚੋਂ ਕੱਟ ਕਰ ਦੇਣਾ ਚਾਹੀਦਾ, except for when you're occasionally having treats, for example once a week, or if there's a family gathering, it's not like you are banned from having sugar, but very very minimal, minuscule quantities। ਤੇ ਕੋਸ਼ਿਸ਼ ਕਰੋ ਕਿ ਜ਼ਿਆਦਾ ਟੀ ਕੌਫੀ ਨਾ ਪੀਓ, ਕਿਉਂਕਿ ਜਿੰਨਾ ਪੀਓਗੇ ਉਨੀ
ਜ਼ਿਆਦਾ ਤੁਸੀਂ ਸ਼ੂਗਰ ਐਡ ਕਰ ਰਹੇ ਹੋ, ਸੋ ਇਫ ਯੂ ਲਿਮਿਟ yourself to 1 or 2 cups a day and if you really need to have a small amount of sugar, ਪਰ ਜੇ ਤੁਸੀਂ weight loss ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਉਸ ਦੇ ਵਿੱਚ then you'll have to avoid all kind of simple sugars and sugary drinks and pop, any kind of sweetened beverage. ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਆਪਣੇ ਆਪ ਨੂੰ ਰੋਕਣਾ ਚਾਹੀਦਾ। ਓਕੇ, ਸੋ ਇਹ ਆ ਗਈ ਇੰਡੀਵਿਜੂਅਲ ਰਿਸਪੌਂਸਿਬਿਲਿਟੀ। ਕਈ ਵਾਰੀ ਨਹੀਂ ਪਤਾ ਚੱਲਦਾ ਸਾਡੇ ਕੋਲੋਂ ਕੀ ਗਲਤੀ ਹੋ ਗਈ ਤੇ ਹੁਣ ਉਹ ਕੰਟਰੋਲ 'ਚ ਨਹੀਂ ਆ ਰਿਹਾ। ਜਦੋਂ ਕੰਟਰੋਲ 'ਚ ਨਹੀਂ ਹੈ, ਕਦੋਂ ਇਹ ਹੈ ਕਿ ਅਸੀਂ ਆਪਣੇ ਡਾਕਟਰ ਨੂੰ ਮਿਲੀਏ ਐਂਡ ਆਈ ਨੀਡ ਮੈਡੀਕਲ ਇੰਟਰਵੈਂਸ਼ਨ ਨਾਓ? ਹਾਂਜੀ, ਆਈ ਥਿੰਕ ਜਿਹੜਾ ਤੁਹਾਡਾ ਨਾਰਮਲ ਐਨੂਅਲ ਫਿਜ਼ੀਕਲ ਹੁੰਦਾ ਜਦੋਂ ਤੁਸੀਂ ਆਪਣੇ ਫੈਮਿਲੀ ਡਾਕਟਰ ਦੇ ਨਾਲ ਮਿਲਦੇ ਹੋ, ਉਸ ਦੇ ਐਜ਼ ਪਾਰਟ ਆਫ ਦੈਟ ਤੁਹਾਡਾ weight ਮੈਜ਼ਰ ਕੀਤਾ ਜਾਂਦਾ ਹੈ। ਮੋਸਟ ਲਾਈਕਲੀ ਅਗਰ weight ਜ਼ਿਆਦਾ ਆ ਰਿਹਾ ਹਾਈਟ ਦੇ ਅਕੋਰਡਿੰਗ ਤੇ ਬੋਡੀ ਮਾਸ ਇੰਡੈਕਸ ਜ਼ਿਆਦਾ ਹੈ ਤਾਂ ਤੁਹਾਡੇ ਡਾਕਟਰ ਪ੍ਰੋਬਬਲੀ ਤੁਹਾਡੇ ਨਾਲ ਗੱਲਬਾਤ ਕਰਨਗੇ। ਤੇ ਜੇ ਤੁਸੀਂ ਘਰ ਆਪਣੇ ਆਪ ਨੂੰ ਪਹਿਲਾਂ ਸਕਰੀਨ ਕਰਨਾ ਚਾਹੁੰਦੇ ਹੋ, ਵਨ ਸਿੰਪਲ ਟ੍ਰਿਕ ਫॉर ਅਡਲਟ ਮੈਨ ਐਂਡ ਵੂਮਨ ਇਜ਼ ਕਿ ਤੁਸੀਂ ਆਪਣਾ ਵੇਸਟ ਸਰਕਮਫਰੈਂਸ ਮੈਜ਼ਰ ਕਰੋ ਤੇ ਜੇ ਮੈਨ ਦੇ ਵਿੱਚੋਂ 90 ਸੈਂਟੀਮੀਟਰ ਤੋਂ ਜ਼ਿਆਦਾ ਜਾਂ ਵੂਮਨ 'ਚ 80 ਤੋਂ ਜ਼ਿਆਦਾ then there is a red flag, there is a problem. ਉਹਨੂੰ ਐਡਰੈਸ ਕਰਨਾ, ਆਪਦੇ ਡਾਕਟਰ ਨਾਲ ਜਾ ਕੇ ਗੱਲ ਕਰਨੀ ਜਾਂ ਕਿਸੇ ਡਾਇਟੀਸ਼ੀਅਨ ਨਾਲ ਰਾਬਤਾ ਕਾਇਮ ਕਰਨਾ, ਨਿਊਟ੍ਰੀਸ਼ਨਿਸਟ ਨੂੰ ਮਿਲਣਾ would be good. Then looking at what you eat, ਇੱਕ food journal is a very good strategy. ਅਗਰ ਤੁਸੀਂ ਇਹ ਪ੍ਰੋਬਲਮ ਆਈਡੈਂਟੀਫਾਈ ਕਰ ਲਈ ਹੈ then you should probably start writing down ਤੁਸੀਂ ਇੱਕ ਦਿਨ 'ਚ ਕੀ ਖਾ ਰਹੇ ਹੋ। ਜੇ ਤੁਸੀਂ ਕਿਸੇ ਟਾਈਮ ਜ਼ਿਆਦਾ ਖਾ ਰਹੇ ਹੋ ਜਾਂ ਮਿੱਠਾ ਖਾ ਰਹੇ ਹੋ, ਰਾਈਟ ਡਾਊਨ ਕਿ ਉਹਦਾ ਟ੍ਰਿਗਰ ਕੀ ਸੀਗਾ ਐਂਡ ਵੈਨ ਯੂ ਰਿਫਲੈਕਟ ਬੈਕ ਔਨ, ਤੁਸੀਂ 3 ਦਿਨ ਲਿਖ ਕੇ ਦੇਖੋ ਕਿ ਤੁਸੀਂ 3 ਦਿਨਾਂ 'ਚ ਕੀ ਖਾਧਾ, ਕਦੋਂ ਖਾਧਾ ਔਰ ਕਿਉਂ ਖਾਧਾ। ਭੁੱਖ ਲੱਗੀ ਸੀ ਤਾਂ ਖਾਧਾ, ਜਾਂ ਤੁਸੀਂ ਬਹੁਤ ਜ਼ਿਆਦਾ ਫਿਜ਼ੀਕਲ ਐਕਟੀਵਿਟੀ ਕਰ ਰਹੇ ਸੀ ਤਾਂ ਖਾਧਾ, ਜਾਂ ਫਿਰ ਸਟ੍ਰੈਸ ਕਰਕੇ ਖਾਧਾ। Write down everything for 3 or 5 days, then reflect back on it. That's a personal strategy you can kind of incorporate. ਦੂਸਰਾ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਵੇਸਟ ਸਰਕਮਫਰੈਂਸ ਜ਼ਿਆਦਾ ਹੈ ਤੇ ਭਾਰ ਵੀ ਵੱਧ ਰਿਹਾ ਹੈ, ਗ੍ਰੈਜੂਅਲੀ ਵਧੀ ਜਾ ਰਿਹਾ, then go talk to your doctor about it, ਹੈ ਨਾ। ਸੋ ਲਾਈਫਸਟਾਈਲ ਇੰਟਰਵੈਂਸ਼ਨ ਤੁਸੀਂ ਡੈਫੀਨੇਟਲੀ ਦੇਖੋਗੇ ਕਿ ਕਾਫੀ ਸਾਰੇ ਲੋਕ ਜਦੋਂ ਰਿਅਲਾਈਜ਼ ਕਰਦੇ ਦੇ ਆਰ ਏਬਲ ਟੂ ਇਨਕੋਰਪੋਰੇਟ ਸਮ ਆਫ ਇਟ। ਕੋਸ਼ਿਸ਼ ਹਰ ਕੋਈ ਕਰਦਾ ਕਿ ਹੋਰ ਭਾਰ ਨਾ ਵਧੇ, ਹੋਰ ਬਿਮਾਰੀਆਂ ਨਾ ਲੱਗਣ, ਪਰ ਐਜ਼ ਯੂ ਸੈਡ ਕਈ ਵਾਰ ਬਿਲਕੁਲ ਵੱਸ ਤੋਂ ਬਾਹਰ ਹੋ ਜਾਂਦੀ ਹੈ ਬਿਕੋਜ਼ ਵੀ ਕੈਨੋਟ ਕੰਟਰੋਲ ਐਵਰੀਥਿੰਗ। ਤੇ ਇੰਨਾ ਕੀ ਟਾਈਮ ਹੁੰਦਾ ਦਿਨ 'ਚ ਬਿਕੋਜ਼ ਪੀਪਲ ਆਰ ਵਰਕਿੰਗ, ਦੇ ਆਰ ਡੂਇੰਗ ਸੋ ਮੈਨੀ ਥਿੰਗਸ, ਲੁਕਿੰਗ ਆਫਟਰ ਫੈਮਲੀਜ਼। ਕਈ ਵਾਰੀ ਆਪਣੀ ਹੈਲਥ ਨੂੰ ਥੋੜਾ ਜਿਹਾ ਇਟ ਟੇਕਸ ਅ ਬੈਕ ਸੀਟ। ਸੋ ਐਜ਼ ਸੂਨ ਐਜ਼ ਯੂ ਰਿਅਲਾਈਜ਼ ਦੈਟ ਯੂਰ weight, you're gaining weight, your normal day-to-day activities ਕਰਨਾ, ਜਿਵੇਂ ਪੌੜੀਆਂ ਚੜ੍ਹ ਰਹੇ ਤੁਹਾਨੂੰ ਸਾਹ ਚੜ੍ਹਨ ਲੱਗ ਗਿਆ, or you're doing used to do gardening ਤੇ ਹੁਣ ਤੁਹਾਨੂੰ ਔਖਾ ਲੱਗ ਰਿਹਾ ਹੈ, ਜਾਂ ਜੋ ਵੀ ਘਰ ਦੇ household chores ਹੈ, so that is where you need to start talking to somebody. ਬਿਲਕੁਲ ਸਹੀ ਗੱਲ ਹੈ। ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਦੱਸਿਆ ਕਿ ਹਾਊ ਕੈਨ ਯੂ ਟੇਕ ਕੇਅਰ ਆਫ ਯੋਰ ਡਾਇਟ ਔਰ ਹੈਲਦੀ ਵਾਲੀ। ਨਹੀਂ ਤਾਂ ਅੱਜ ਕੱਲ੍ਹ ਇੰਨਾ ਕੁਛ ਅਵੇਲੇਬਲ ਆ ਸੋਸ਼ਲ ਮੀਡੀਆ ਦੇ ਉੱਤੇ, ਕਿਹੜੀ ਤੁਸੀਂ ਰੀਲ ਦੇਖੋ ਲੋਕੀ ਉਹਨੂੰ ਹੀ ਫੋਲੋ ਕਰਨ ਲੱਗ ਜਾਂਦੇ ਆ। ਤੁਹਾਡੇ ਨਾਲ ਦੇ ਨੇ ਤੁਹਾਨੂੰ ਦੱਸਤਾ ਕਿ ਵੀ ਆਹ ਮੈਂ ਵੀਡੀਓ 'ਚ ਦੇਖਿਆ ਸੀ ਐਪਲ ਸਿਡਰ ਵਿਨੇਗਰ ਪੀਓ, ਨਿਰਣੇ ਕਾਲ ਜੇ ਤੁਹਾਡਾ ਮੋਟਾਪਾ ਦੇਖਿਓ ਛੂ ਮੰਤਰ ਹੋ ਜਾਣਾ। ਕੀ ਕਹੋਗੇ ਇਹਦੇ 'ਤੇ? ਆਈ ਥਿੰਕ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਅਵੇਲੇਬਲ ਹੈ ਇੰਟਰਨੈਟ 'ਤੇ, ਸਮ ਆਫ ਇਟ ਮਾਈਟ ਬੀ ਕਰੈਕਟ, ਲੇਕਿਨ ਉਹਦੇ 'ਤੇ ਕੋਈ ਰੈਗੂਲੇਸ਼ਨ ਨਹੀਂ ਹੈ। ਕੋਈ ਵੀ ਇਨਸਾਨ ਕੁਛ ਵੀ ਸੁਜੈਸ਼ਨ ਕਰ ਸਕਦਾ, ਈਵਨ ਦੋ ਦੇ ਆਰ ਨਾਟ ਟ੍ਰੇਨਡ ਟੂ ਡੂ ਦੈਟ। ਹਰ ਕੋਈ ਆਪਣੇ ਪਰਸਨਲ ਐਕਸਪੀਰੀਅੰਸਿਸ ਸ਼ੇਅਰ ਕਰ ਰਿਹਾ, ਪਰ ਮੈਂ ਮੰਨਦੀ ਹਾਂ ਕਿ ਜਿਹੜੀ ਇਸ ਤਰ੍ਹਾਂ ਇਨਫੋਰਮੇਸ਼ਨ ਅਸੀਂ ਇੱਧਰੋਂ ਉੱਧਰੋਂ ਗੈਦਰ ਕਰ ਲੈਂਦੇ ਹਾਂ ਐਂਡ ਵੀ ਸਟਾਰਟ ਫੋਲੋਇੰਗ ਇਟ। ਮੈਂ ਤੁਹਾਨੂੰ ਸਪੈਸੀਫਿਕ ਐਗਜ਼ਾਮਪਲਸ ਦਿੰਦੀ ਹਾਂ। ਸਮ ਪੀਪਲ ਅੱਜ ਬਹੁਤ ਟਰੈਂਡ ਹੈ ਚੀਆ ਸੀਡਸ ਦਾ, ਲੋਟ ਆਫ ਸੀਡਸ ਯੂ ਮਿਕਸ ਇਨ ਵਾਟਰ, ਸਵੇਰੇ ਇਸ ਤਰ੍ਹਾਂ ਲੈ ਲਓ, ਜਾਂ ਕੋਈ ਹੈਲਥ ਸਪਲੀਮੈਂਟ ਫੂਡ ਸਟੋਰ 'ਤੇ ਜਾ ਕੇ ਲੈ ਲਓ। ਸਮ ਆਫ ਦੋਜ਼ ਥਿੰਗਸ ਜਿਹੜੀਆਂ ਅਸੀਂ ਪਹਿਲਾਂ ਕਦੇ ਖਾਧੀਆਂ ਨਹੀਂ ਤੇ ਇੱਕਦਮ ਅਸੀਂ ਬਹੁਤ ਜ਼ਿਆਦਾ ਕੁਆਂਟਿਟੀ 'ਚ ਲੈਣ ਲੱਗ ਜਾਂਦੇ ਹਾਂ। ਮੈਂ ਆਪਣੇ ਐਕਸਪੀਰੀਅੰਸ ਤੋਂ ਦੇਖਿਆ, ਕੁਝ ਸਟੱਡੀਜ਼, ਕੁਝ ਕੇਸ ਰਿਪੋਰਟਸ ਵੀ ਅਸੀਂ ਦੇਖਦੇ ਹਾਂ ਕਿ ਇਹਨਾਂ ਸਪਲੀਮੈਂਟਸ ਨਾਲ ਤੇ ਅਨਯੂਜੂਅਲੀ ਹਾਈ ਕੁਆਂਟੀਟੀਜ਼ ਆਫ ਦੀਜ਼ ਥਿੰਗਸ ਜੇ ਅਸੀਂ ਲੈਣ ਲੱਗ ਜਾਂਦੇ ਹਾਂ, ਇਹ ਸਾਡੇ ਹਾਰਮੋਨਸ ਨੂੰ ਡਿਸਟਰਪਟ ਵੀ ਕਰਦੀਆਂ। ਇਹ ਸਾਡੇ ਥਾਇਰੋਇਡ, ਪੈਰਾਥਾਇਰੋਇਡ ਇੱਕ ਹਾਰਮੋਨ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਸਾਡੇ ਬੋਡੀ 'ਚ ਰੈਗੂਲੇਟ ਕਰਦਾ, ਉਹਨੂੰ ਡਿਸਟਰਪਟ ਕਰਦੀਆਂ। ਅਤੇ ਕੁਛ ਫਿਰ ਇਹ ਜਿਹੜੇ ਅਨਨੋਨ ਸਪਲੀਮੈਂਟਸ ਅਸੀਂ ਆਫ ਦੀ ਇੰਟਰਨੈਟ ਕਈ ਵਾਰ ਬਾਏ ਕਰਦੇ ਕਿ ਫॉर weight loss, some of them can cause liver damage, liver problems as well. So blindly ਨਹੀਂ ਫੋਲੋ ਕਰਨੀ ਚਾਹੀਦੀ ਕੋਈ ਵੀ ਐਡਵਾਈਸ ਹੈ। ਡੈਫੀਨੇਟਲੀ ਸਮall quantity, moderation 'ਚ ਤੁਸੀਂ ਕੋਈ ਸੀਡ ਲੈ ਰਹੇ ਹੋ, ਕੁਛ ਲੈ ਰਹੇ ਹੋ, ਇਟਸ ਓਕੇ, ਬਟ ਸਟਾਰਟਿੰਗ ਟੂ ਟੇਕ ਸਪਲੀਮੈਂਟਸ ਜਾਂ ਐਪਲ ਸਾਈਡਰ ਵਿਨੇਗਰ, ਈਵਨ ਇਫ ਇਟਸ ਨਾਟ ਗੁੱਡ ਫॉर ਯੋਰ ਬੋਡੀ, ਤੁਹਾਨੂੰ ਨਹੀਂ ਵੀ ਸੂਟ ਕਰ ਰਿਹਾ, ਤੁਸੀਂ ਲਈ ਜਾ ਰਹੇ ਹੋ ਔਰ ਐਕਸੈਸਿਵ ਕੁਆਂਟੀਟੀਜ਼, ਇਟ ਕੈਨ ਬੀ ਡੈਮੇਜਿੰਗ ਕੁਆਇਟ ਅ ਬਿਟ। ਮੋਟਾਪੇ ਦੀ ਗੱਲ ਜਦੋਂ ਕੀਤੀ ਜਾਂਦੀ ਆ, ਅਸੀਂ ਅਕਸਰ ਹੀ ਸੋਚ ਲੈਂਦੇ ਆ ਕਿ ਮੈਡੀਕੇਸ਼ਨਸ ਵੀ ਤਾਂ ਹੈਗੀਆਂ,
ਅਸੀਂ ਉਹ ਲੈ ਸਕਦੇ ਹਾਂ, ਔਰ ਖ਼ਾਸ ਤੌਰ 'ਤੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੋਵੇ ਭਾਰ ਘਟਾਉਣ ਦੀ ਪਰ ਘਟਿਆ ਨਾ ਹੋਵੇ। ਡਾਕਟਰ ਗਿੱਲ, ਮੈਡੀਕੇਸ਼ਨਸ ਵੀ ਹੁੰਦੀਆਂ? ਸਾਡੇ ਇੱਕ ਲਿਸਨਰ ਨੇ ਵੀ ਪੁੱਛਿਆ, ਸਤਨਾਮ ਜੀ ਨੇ, ਕਹਿੰਦੇ ਕੋਈ ਇੰਜੈਕਸ਼ਨਸ ਵੀ ਹੁੰਦੇ ਆ? ਹੁਣ ਕੈਨੇਡਾ ਦੇ ਵਿੱਚ 3 ਤਰ੍ਹਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਅਪਰੂਵ ਹੋਈਆਂ weight loss ਦੇ ਲਈ। ਕੁਝ ਇੰਜੈਕਸ਼ਨਸ ਹੈਗੇ ਆ ਜਿਹੜੇ ਐਵਰੀ ਡੇ ਤੁਸੀਂ ਲਗਾ ਸਕਦੇ ਹੋ। ਸਮੌਲ ਨੀਡਲ ਹੁੰਦੀ ਹੈ ਬਹੁਤ ਛੋਟੀ, ਜਾਂ ਵਨਸ ਅ ਵੀਕ ਇੰਜੈਕਸ਼ਨਸ ਵੀ ਆਉਂਦੇ ਹੈਗੇ ਆ, ਜਿਹਦੇ ਨਾਲ ਇਨਸੂਲਿਨ ਇੱਕ ਹਾਰਮੋਨ ਸਾਡਾ ਹੁੰਦਾ, ਉਹਦੀ ਰੈਜ਼ਿਸਟੈਂਸ ਘਟਦੀ ਹੈ, ਭੁੱਖ ਘੱਟ ਲੱਗਦੀ ਹੈ, ਉਹਦੇ ਨਾਲ weight loss 'ਚ ਹੈਲਪ ਹੁੰਦੀ ਹੈ। ਦੈਨ ਦੇਰ ਆਰ ਸਮ ਪਿਲਸ ਵੀ ਕੈਨ ਟੇਕ, ਜੇ ਇੰਨਾ weight ਹੈ ਕਿ ਉਹ weight ਤੁਹਾਨੂੰ ਹੈਲਥ ਕੰਪਲੀਕੇਸ਼ਨਸ ਕਰ ਰਿਹਾ ਹੈ, ਜਾਂ ਫਿਰ ਤੁਹਾਡਾ BMI 30 ਤੋਂ ਜ਼ਿਆਦਾ ਹੈ, ਜਨਰਲ ਪਾਪੂਲੇਸ਼ਨ ਇਨ ਸਾਊਥ ਏਸ਼ੀਅਨਸ ਅਸੀਂ 27 ਤੋਂ ਉੱਪਰ ਵੀ ਕਹਿ ਦਿੰਦੇ ਹਾਂ ਕਿ ਇਫ ਇਟ ਇਜ਼ ਦੈਨ weight loss ਮੈਡੀਕੇਸ਼ਨਸ ਟਰਾਈ ਕੀਤੀਆਂ ਜਾ ਸਕਦੀਆਂ, ਤਾਂ ਕਿ ਜਿਹੜੀਆਂ ਆਉਣ ਵਾਲੀਆਂ ਬਿਮਾਰੀਆਂ ਜਿਸ ਤਰ੍ਹਾਂ ਕਿ ਡਾਇਬੀਟੀਜ਼ ਹੋ ਗਈ, ਹਾਰਟ ਦੀਆਂ ਪ੍ਰੋਬਲਮਸ ਹੋ ਗਈਆਂ, ਕੋਲੈਸਟਰੋਲ, ਬਲੱਡ ਪ੍ਰੈਸ਼ਰ, ਸਟ੍ਰੋਕ, ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਿਆ ਜਾ ਸਕੇ। ਸੋ 3 ਤਰ੍ਹਾਂ ਦੀਆਂ ਦਵਾਈਆਂ, ਉਹਨਾਂ ਦੇ ਵਿੱਚੋਂ ਇੱਕ ਤਰ੍ਹਾਂ ਦੀ ਜਿਹੜੀ ਮੈਡੀਸਨ ਹੈ ਉਹ ਇੰਜੈਕਟੇਬਲ ਹੈ, ਇੰਜੈਕਸ਼ਨ ਤੁਹਾਨੂੰ ਲਗਾਉਣਾ ਪੈਂਦਾ ਵਨਸ ਅ ਵੀਕ, ਆਪਣੇ ਆਪ ਘਰ ਲਗਾ ਸਕਦੇ ਹੋ ਤੁਸੀਂ, ਜਾਂ ਫਿਰ ਮੈਡੀਕੇਸ਼ਨਸ ਪਿਲਸ ਹੈਗੀਆਂ ਜਿਹੜੀਆਂ ਤੁਸੀਂ ਸੁਬਾਹ ਸ਼ਾਮ ਜਾਂ ਆਫਟਰ ਫੂਡ ਤੁਸੀਂ ਲੈਣੀਆਂ ਹੁੰਦੀਆਂ। ਇਹਨਾਂ ਦੇ ਵੱਖ-ਵੱਖ ਸਾਈਡ ਇਫੈਕਟਸ ਹੁੰਦੇ ਆ ਕੁਝ ਦਵਾਈਆਂ ਦੇ, ਪਰ ਜ਼ਰੂਰੀ ਨਹੀਂ ਕਿ ਸਾਰੇ ਪੇਸ਼ੈਂਟਸ ਨੂੰ ਸਾਰੇ ਸਾਈਡ ਇਫੈਕਟਸ ਆਉਣ, ਜਿਸ ਤਰ੍ਹਾਂ ਕਿ ਹਰ ਇੱਕ ਦੀ ਬੋਡੀ ਡਿਫਰੈਂਟ ਹੈ। ਸੋ ਉਹ ਦਵਾਈ ਲੈਣ ਤੋਂ ਪਹਿਲਾਂ ਫਸਟ ਓਬਵੀਅਸਲੀ ਉਹਦੇ ਲਈ ਤਾਂ ਤੁਹਾਨੂੰ ਡਾਕਟਰੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਡਿਪੈਂਡਿੰਗ ਔਨ ਤੁਹਾਡੀ ਮੈਡੀਕਲ ਹਿਸਟਰੀ ਦੇ ਵਿੱਚ ਕੀ ਹੈ, ਕੁਛ ਲੋਕਾਂ ਨੂੰ ਅਸੀਂ ਨਹੀਂ ਰეკਮੈਂਡ ਕਰਦੇ ਕਿ ਤੁਸੀਂ ਮੈਡੀਕੇਸ਼ਨ 'ਤੇ ਜਾਓ, ਐਂਡ ਫॉर ਸਮ ਪੀਪਲ ਵੀ ਡੂ ਰეკਮੈਂਡ ਇਟ। ਸੋ ਕਾਫੀ ਆਪਸ਼ਨਸ ਹੈ, ਉਹ ਤੁਸੀਂ ਜੇ ਡਿਸਕਸ ਕਰਨਾ ਚਾਹੁੰਦੇ ਆ ਆਪਣੇ ਫੈਮਿਲੀ ਡਾਕਟਰ ਨਾਲ, ਜਾਂ ਤੁਸੀਂ ਸਪੈਸ਼ਲਿਸਟ ਨਾਲ ਗੱਲ ਕਰਨੀ ਚਾਹੁੰਦੇ ਆ, ਆਈ ਥਿੰਕ ਦੈਟ ਇਜ਼ ਅ ਗੁੱਡ ਚੋਇਸ। ਪਰ ਉਹ ਇੰਡੀਵਿਜੂਅਲ ਕੇਸ ਬਾਈ ਕੇਸ 'ਤੇ ਅਸੀਂ ਕਹਿ ਸਕਦੇ ਹਾਂ ਕਿ ਇਫ ਇਟ ਇਜ਼ ਨੀਡਡ, ਪਹਿਲੀ ਗੱਲ ਤਾਂ ਲੋੜ ਵੀ ਹੈ ਜਾਂ ਨਹੀਂ। ਜੇ ਤੁਹਾਨੂੰ ਤੁਹਾਡੇ ਡਾਕਟਰ ਕਹਿੰਦੇ ਕਿ ਜ਼ਰੂਰਤ ਹੈ, ਦੈਨ ਵੀ ਲੁੱਕ ਐਟ ਯੋਰ ਮੈਡੀਕਲ ਹਿਸਟਰੀ, ਉਹਦੇ ਬੇਸ 'ਤੇ ਫਿਰ ਅਸੀਂ ਦੱਸਾਂਗੇ ਕਿ ਕਿਹੜੀ ਦਵਾਈ ਜਿਹੜੀ ਹੈ ਉਹ ਬੈਸਟ ਸੂਟੇਬਲ ਹੋਏਗੀ। ਜੀ, ਸਾਡੇ ਇੱਕ ਫਰੈਂਡ ਸੀਗੇ, ਉਹਨਾਂ ਦੇ ਫਾਦਰ ਸਾਹਿਬ ਬਹੁਤ ਮੋਟੇ ਸੀਗੇ ਹੈਗੇ ਆ, ਉਹਨਾਂ ਨੂੰ ਸਰਜਰੀ ਵਾਸਤੇ ਰეკਮੈਂਡ ਕੀਤਾ ਗਿਆ ਕਿਉਂਕਿ ਉਹਨਾਂ ਦੀ ਉਮਰ ਵੀ ਹੈ। ਤੇ ਮੈਨੂੰ ਇੰਨਾ ਯਾਦ ਹੈ ਕਿ ਕੈਨੇਡਾ ਦੇ ਵਿੱਚ ਟਾਈਮ ਉਹਨਾਂ ਨੇ ਬਹੁਤ ਲਿਆ ਕਿ ਪ੍ਰੋਪਰ ਅਸੈਸਮੈਂਟਸ ਜਿਹੜੀਆਂ ਹੋਣਗੀਆਂ, ਉਹਨਾਂ ਦੇ ਹਰ ਵਾਰ ਜਿਹੜੀ ਚੈੱਕਅਪ ਹੋਣੀ ਆ, ਕੀ ਖਾਧਾ, ਸਮੋਸਾ ਤਾਂ ਨਹੀਂ ਸੀ ਖਾ ਲਿਆ। ਸੋ ਉਹ ਚੀਜ਼ਾਂ ਹੁੰਦੀਆਂ। ਕੈਨੇਡਾ ਦੇ ਵਿੱਚ ਕੀ ਬਹੁਤ ਸਟ੍ਰਿਕਟ ਰੂਲਸ ਫੋਲੋ ਕੀਤੇ ਜਾਂਦੇ ਆ? ਹਾਂਜੀ, ਸੋ ਜਿਹੜਾ ਕੈਨੇਡਾ ਦੇ ਵਿੱਚ ਆਪਣੇ ਐਲਬਰਟਾ ਦੇ ਵਿੱਚ ਵੀ ਬੈਰੀਐਟ੍ਰਿਕ ਸਰਜਰੀ ਜਾਂ ਮੋਟਾਪਾ ਘੱਟ ਕਰਨ ਦੇ ਲਈ ਜਿਹੜੀ ਸਰਜਰੀ ਦਾ ਪ੍ਰੋਗਰਾਮ ਹੈ, ਉਹ ਜੇ ਅਸੀਂ ਸਾਰਾ ਕੁਝ ਟਰਾਈ ਕਰ ਚੁੱਕੇ ਹਾਂ, ਫੋਰ ਐਗਜ਼ਾਮਪਲ ਅਸੀਂ ਲਾਈਫ ਸਟਾਈਲ ਅੱਛੀ ਤਰ੍ਹਾਂ 6 ਮਹੀਨੇ 1 ਸਾਲ ਪੂਰਾ ਟਰਾਈ ਕੀਤਾ, ਨਹੀਂ weight loss ਹੋਇਆ, ਅਸੀਂ ਦਵਾਈਆਂ ਟਰਾਈ ਕਰ ਲਈਆਂ, weight loss ਨਹੀਂ ਹੋਇਆ, ਜਾਂ ਤੁਸੀਂ ਨਹੀਂ ਟੋਲਰੇਟ ਕਰ ਪਾਏ, ਮੈਡੀਕੇਸ਼ਨਸ ਨਹੀਂ ਆਪਾਂ ਲੈ ਸਕਦੇ ਫॉर ਸਮ ਰੀਜ਼ਨ ਔਰ ਦੀ ਅਦਰ, ਐਂਡ ਸਰਜਰੀ ਲਈ ਅਸੀਂ ਉਦੋਂ ਰეკਮੈਂਡ ਕਰਦੇ ਹਾਂ ਜਦੋਂ ਇੰਨਾ ਜ਼ਿਆਦਾ weight ਹੋਵੇ ਕਿ ਉਹਦੇ ਕਰਕੇ ਬਹੁਤ ਸਾਰੀਆਂ ਹੋਰ ਪ੍ਰੋਬਲਮਸ ਆ ਰਹੀਆਂ, ਜਿਵੇਂ ਆਰਥਰਾਈਟਸ ਹੋ ਗਿਆ, ਚੱਲਣਾ ਫਿਰਨਾ ਜਿਵੇਂ ਤੁਸੀਂ ਕਿਹਾ ਉਹ ਨਹੀਂ ਸੀ ਚੱਲ ਫਿਰ ਸਕਦੇ, ਜਾਂ ਬਹੁਤ ਸਿਵੀਅਰ ਡਾਇਬੀਟੀਜ਼ ਹੈ, ਜਾਂ ਹੋਰ ਬਹੁਤ ਕੰਪਲੀਕੇਸ਼ਨਸ ਹੈ। ਉਹਨਾਂ ਸਿਵੀਅਰ ਕੇਸਿਸ ਦੇ ਵਿੱਚ ਜੇ ਤੁਹਾਡੀ BMI, ਕੈਨੇਡਾ 'ਚ ਅਸੀਂ ਜਿਹੜਾ ਸਾਡਾ ਪ੍ਰੋਗਰਾਮ ਉਹ ਇਹ ਕਹਿੰਦਾ ਕਿ ਅਗਰ ਤੁਹਾਡੀ BMI 40 ਤੋਂ ਉੱਪਰ ਹੈ ਜਾਂ ਫਿਰ 35 ਤੋਂ ਉੱਪਰ ਹੈ, ਬਟ ਨਾਲ ਹੋਰ ਬਿਮਾਰੀਆਂ ਵੀ ਹੈ, ਤੇ ਫਿਰ ਉਹ ਸਰਜਰੀ ਲਈ ਕੰਸੀਡਰ ਹੋ ਸਕਦੇ ਆ। ਪਰ ਜਿਹੜਾ ਉਹਦਾ ਪ੍ਰੋਸੈਸ ਹੈ ਉਹਦੇ ਵਿੱਚ ਬਹੁਤ ਬਰੀਕੀ ਦੇ ਨਾਲ ਉਹ ਦੇਖਦੇ ਆ ਕਿ ਇਹ ਸਰਜਰੀ ਦਾ ਪ੍ਰੋਸੀਜਰ ਕਿਸ ਪੇਸ਼ੈਂਟ ਦੇ ਲਈ, ਕਿਸ ਇਨਸਾਨ ਦੇ ਲਈ ਫਾਇਦੇਮੰਦ ਹੋਏਗਾ, ਜਾਂ ਫਿਰ ਕਿ ਇਹ ਪ੍ਰੋਸੀਜਰ ਕਰਨ ਨਾਲ ਇਹਨਾਂ ਨੂੰ ਕੋਈ ਫਿਊਚਰ 'ਚ ਕੰਪਲੀਕੇਸ਼ਨਸ ਦਾ ਰਿਸਕ ਤਾਂ ਨਹੀਂ ਹੈ, ਜਾਂ ਫਿਰ ਵਿਲ ਦੇ ਬੀ ਏਬਲ ਟੂ ਜੋ ਸਰਜਰੀ ਤੋਂ ਬਾਅਦ weight loss ਹੁੰਦਾ, ਉਸ ਤੋਂ ਬਾਅਦ ਵੀ ਸਾਨੂੰ ਕਾਫੀ ਲਾਈਫ ਸਟਾਈਲ ਜਿਹੜਾ ਮੇਨਟੇਨ ਕਰਕੇ ਰੱਖਣਾ ਪੈਂਦਾ ਹੈ, ਕਈ ਵਾਰੀ ਮੈਡੀਕੇਸ਼ਨਸ ਫਿਰ ਵੀ ਲੈਣੀਆਂ ਪੈਂਦੀਆਂ। ਸੋ ਉਹ ਸਾਰੇ ਫੈਕਟਰਸ ਕੰਸੀਡਰ ਹੁੰਦੇ ਆ। ਮੈਂਟਲ ਹੈਲਥ ਦੀ ਅਸੈਸਮੈਂਟ ਵੀ ਕਰਦੇ ਆ ਇੱਥੇ, ਫਿਰ ਦੇਖਦੇ ਆ ਕਿ ਤੁਹਾਨੂੰ ਸਰਜਰੀ ਤੋਂ ਪਹਿਲਾਂ ਜੇ ਸਲੀਪ ਐਪਨੀਆ ਹੈ, ਡੈਫੀਨੇਟਲੀ ਉਹ ਭਾਰ ਘਟਾਉਣ ਨਾਲ ਹਟ ਜਾਂਦਾ, ਲੇਟਰ ਔਨ ਘਟ ਸਕਦਾ ਹੈ, ਪਰ ਜੇ ਬਹੁਤ ਸਿਵੀਅਰ ਹੈ ਤਾਂ ਉਹਨੂੰ ਪਹਿਲਾਂ ਟਰੀਟ ਕਰਨਾ ਤੇ ਫਿਰ ਸਰਜਰੀ ਲਈ ਅਪਰੂਵ ਕਰਨਾ। ਸੋ ਇੱਕ ਅਪਰੂਵਲ ਪ੍ਰੋਸੈਸ ਹੈ ਜਿਹੜਾ ਬਹੁਤ ਕੇਅਰਫੁਲੀ ਡਿਜ਼ਾਈਨ ਕੀਤਾ ਹੋਇਆ ਹੈ। ਸੋ ਡੈਫੀਨੇਟਲੀ ਉਹਦੇ ਲਈ ਥੋੜਾ ਟਾਈਮ ਲੱਗ ਜਾਂਦਾ ਹੈ। ਸੋ ਬਟ ਆਈ ਥਿੰਕ ਵੈਰੀ ਕੇਅਰਫੁਲ ਸਿਲੈਕਸ਼ਨ ਆਫ ਹੂ ਸ਼ੁੱਡ ਬੀ ਆਫਰਡ, ਕਿਹਨੂੰ ਸਰਜਰੀ ਆਫਰ ਕਰਨੀ ਚਾਹੀਦੀ ਹੈ, ਉਹ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਅਸੀਂ ਕੈਜੂਅਲੀ ਕਹੀਏ ਕਿ ਅਸੀਂ weight loss ਸਰਜਰੀ ਕਰਾ ਲਈ ਐਂਡ ਦੈਟਸ ਦ ਕੁਇਕ ਫਿਕਸ ਫॉर ਐਵਰੀਥਿੰਗ, ਇਟਸ ਨਾਟ। ਕਿਉਂਕਿ ਸਰਜਰੀ ਤੋਂ ਪਹਿਲਾਂ ਕਾਫੀ ਚੀਜ਼ਾਂ ਦਾ ਖਿਆਲ ਸਾਨੂੰ ਰੱਖਣਾ ਪੈਂਦਾ ਹੈ। ਸਰਜਰੀ ਤੋਂ ਬਾਅਦ ਹੋਣ ਵਾਲੀਆਂ ਕੰਪਲੀਕੇਸ਼ਨਸ, ਜਿਸ ਤਰ੍ਹਾਂ ਕਿ
ਕਾਮਨ ਜਿਹੜਾ ਹੁਣ ਸਰਜੀਕਲ ਪ੍ਰੋਸੀਜਰ ਕਰਦੇ ਆ ਉਹਦੇ ਵਿੱਚ ਸਟਮਕ ਨੂੰ ਛੋਟਾ ਕਰ ਦਿੰਦੇ ਆ ਹੈਨਾ। ਤਾਂ ਜਦੋਂ ਸਟਮਕ ਛੋਟਾ ਹੁੰਦਾ ਤਾਂ ਕੁਝ ਜਿਹੜਾ ਫੂਡ ਅਸੀਂ ਖਾਂਦੇ ਆ ਇੱਕ ਤੇ ਘੱਟ ਕੁਆਂਟੀਟੀ 'ਚ ਖਾਧਾ ਜਾਂਦਾ, ਸੋ ਦੈਟਸ ਹਾਊ ਵੀ ਲੂਜ਼ ਦ ਵੇਟ। ਪਰ ਉਹਦੇ ਨਾਲ ਕਈ ਵਾਰੀ ਬਾਅਦ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਕਿ ਅਸੀਂ ਆਪਣੇ ਕੁਝ ਵਾਈਟਾਮਿਨਸ, ਕੁਝ ਮਿਨਰਲਸ ਜਿਹੜੇ ਪ੍ਰੋਪਰਲੀ ਅਬਜ਼ੌਰਬ ਨਹੀਂ ਕਰ ਸਕਦੇ। ਫਿਰ ਸਰਜਰੀ ਕਰਾਉਣ ਤੋਂ 2 ਸਾਲ ਤੱਕ ਇੱਕ ਇੱਥੇ ਕਨਸੈਪਟ ਹੈ ਪੋਸਟ ਸਰਜੀਕਲ ਕੇਅਰ ਦਾ, ਉਹ ਸਾਰੀਆਂ ਚੀਜ਼ਾਂ ਫਿਰ ਉਹ 2 ਸਾਲ ਮੋਨੀਟਰ ਕਰਨੀਆਂ ਪੈਂਦੀਆਂ। ਕੁਝ ਲੋਕਾਂ ਨੂੰ ਸਟਮਕ ਸਰਜਰੀ ਤੋਂ ਬਾਅਦ ਵਾਈਟਾਮਿਨ ਡੈਫੀਸ਼ੀਐਂਸੀਜ਼ ਹੁੰਦੀਆਂ ਜਾਂ ਕਈ ਵਾਰੀ ਬੋਨ ਲਾਸ ਤੱਕ ਜਾਂਦਾ, ਜਿਹੜੀ ਪ੍ਰੋਬਲਮ ਹੋ ਸਕਦੀ ਹੈ। ਸੋ ਉਹਦੇ ਲਈ ਇੰਪੋਰਟੈਂਟ ਹੈ ਕਿ ਜਿਹੜੀ ਵੀ ਉਹ ਪੋਸਟ ਸਰਜੀਕਲ ਵਾਈਟਾਮਿਨਸ ਉਹਨਾਂ ਨੂੰ ਪ੍ਰਿਸਕ੍ਰਾਈਬ ਕੀਤੀਆਂ ਜਾਂਦੀਆਂ ਉਹ ਚੰਗੀ ਤਰ੍ਹਾਂ ਲੈਣ, ਚੈੱਕਅਪਸ ਲਈ ਜਾਣ। some people continue to have vomiting after surgery, rare ਹੁੰਦੀਆਂ, small proportion ਮਤਲਬ ਰੇਸ਼ੀਓਜ਼ ਹੁੰਦੇ ਆ complications ਦੇ, ਬਟ ਹੋ ਸਕਦੀਆਂ। ਤੇ ਕਈ ਵਾਰੀ ਬਹੁਤ ਕੁਝ ਕੇਸਿਸ ਦੇ ਵਿੱਚ, ਬਹੁਤ ਘੱਟ ਕੇਸਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਟਮਕ ਸਰਜਰੀ ਤੋਂ ਬਾਅਦ ਜਾਂ ਗੈਸਟ੍ਰਿਕ ਬਾਈਪਾਸ ਤੋਂ ਬਾਅਦ ਜਾਂ ਸਲੀਵ ਤੋਂ ਬਾਅਦ ਬਲੱਡ ਸ਼ੂਗਰ ਲੋ ਹੋਣ ਲੱਗ ਜਾਂਦੀ ਹੈ। ਉਹਦਾ ਕਾਰਨ ਹੁੰਦਾ ਕਿ ਜਦੋਂ ਅਸੀਂ ਸਟਮਕ ਛੋਟਾ ਕਰਦੇ ਹਾਂ ਤਾਂ ਗੱਟ ਦੇ ਹਾਰਮੋਨਸ ਜਿਹੜੇ ਹੈਗੇ ਆ ਉਹ ਥੋੜ੍ਹੇ ਜਿਹੇ ਇੰਬੈਲੈਂਸ ਹੋ ਜਾਂਦੇ ਆ, ਐਂਡ ਉਹਦੇ ਕਰਕੇ ਫਿਰ ਸਾਨੂੰ ਕਈ ਵਾਰੀ ਆਫਟਰ ਸਰਜਰੀ ਜੇ ਲੋ ਸ਼ੂਗਰਸ ਹੋਣ ਲੱਗ ਜਾਣ ਫਿਰ ਇੱਕ ਮੈਡੀਕੇਸ਼ਨ ਜਿਹੜੀ ਹੈਗੀ ਉਹ ਖਾਣੀ ਪੈਂਦੀ ਹੈ ਲੌਂਗ ਟਰਮ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕੁਝ ਸਰਜਰੀ ਤੋਂ ਪਹਿਲਾਂ ਕੰਸੀਡਰ ਕਰਦੇ ਆ ਇੱਥੇ, ਤੇ ਫਿਰ ਪੋਸਟ ਸਰਜਰੀ ਕੇਅਰ ਜਿਹੜੀ ਆ ਉਹ ਬਹੁਤ ਜ਼ਰੂਰੀ, ਉਹ ਜ਼ਿਆਦਾ ਜ਼ਰੂਰੀ ਹੈ ਮੈਨੂੰ ਲੱਗਦਾ, ਬਹੁਤ ਜ਼ਿਆਦਾ ਜ਼ਰੂਰੀ ਹੈ ਹੈਲਥ ਮੇਨਟੇਨ ਕਰਨ। ਹਾਂ, ਇੱਦਾਂ ਨਹੀਂ ਹੈ ਕਿ ਇੱਕ ਵਾਰੀ ਸਰਜਰੀ ਕਰਾ ਲਈ, ਬਰੀਐਟ੍ਰਿਕ ਸਰਜਰੀ ਹੋ ਗਈ, ਸਾਡਾ ਦੇਖਣ ਨੂੰ ਅਸੀਂ ਠੀਕ ਲੱਗ ਰਹੇ ਹਾਂ ਤੇ ਅਸੀਂ ਜੋ ਮਰਜ਼ੀ ਕਰੀ ਜਾਈਏ, ਜਿਸ ਤਰ੍ਹਾਂ ਮਰਜ਼ੀ ਖਾਈ ਜਾਈਏ। ਮੈਨੂੰ ਲੱਗਦਾ ਪਹਿਲਾਂ ਨਾਲੋਂ ਜ਼ਿਆਦਾ ਸਟ੍ਰਿਕਟ ਹੋਣਾ ਪੈਣਾ ਬਾਅਦ ਦੇ ਵਿੱਚ, ਬਹੁਤ ਸਟ੍ਰਿਕਟ ਹੋਣਾ ਪੈਂਦਾ, ਬਿਕੋਜ਼ ਜੇ ਅਸੀਂ ਆਪਣੀ ਲਾਈਫ ਸਟਾਈਲ ਚੇਂਜ ਨਹੀਂ ਰੱਖਦੇ ਬਾਅਦ ਦੇ ਵਿੱਚ, ਫੋਰ ਐਗਜ਼ਾਮਪਲ ਇਫ ਵੀ ਗੋ ਬੈਕ ਟੂ ਦ ਓਲਡ ਹੈਬਿਟਸ, ਤੁਸੀਂ ਜ਼ਿਆਦਾ ਖਾਣਾ ਖਾ ਨਹੀਂ ਸਕਦੇ, ਪਰ ਲੈਟਸ ਸੇ ਇਫ ਯੂ ਡਰਿੰਕ ਜੂਸਿਸ ਔਰ ਅਦਰ ਸਵੀਟ ਬੈਵਰੇਜਸ, ਕਿਉਂਕਿ ਤੁਹਾਨੂੰ ਸਟਮਕ ਅਪਸੈਟ ਫੀਲ ਹੋ ਰਿਹਾ ਸਰਜਰੀ ਤੋਂ ਬਾਅਦ, ਤਾਂ ਫਿਰ ਉਹ ਐਮਟੀ ਕੈਲਰੀਜ਼ ਜਿਹੜੀਆਂ ਅਸੀਂ ਲੈ ਰਹੇ ਹਾਂ ਉਹਨਾਂ ਨੇ ਫੈਟ 'ਚ ਕਨਵਰਟ ਹੋ ਜਾਣਾ ਹੈ। ਸੋ ਇਸ ਤਰ੍ਹਾਂ ਮੈਜੋਰਿਟੀ ਆਫ ਦਾ ਕੇਸਿਸ, ਮੋਰ ਦੈਨ 90% ਨਹੀਂ ਹੁੰਦਾ ਇਸ ਤਰ੍ਹਾਂ ਕਿ ਵੇਟ ਇੱਕਦਮ ਵਾਪਸ ਆ ਜਾਏ, ਪਰ ਕੁਝ ਕੇਸਿਸ ਦੇ ਵਿੱਚ ਹੋ ਜਾਂਦਾ। ਇਸ ਕਰਕੇ ਪਹਿਲਾਂ ਤੋਂ ਸਾਰੀ ਗੱਲ ਸਮਝਣੀ ਕਿ ਕਿਸ ਤਰ੍ਹਾਂ ਦਾ ਪ੍ਰੋਸੀਜਰ ਤੁਸੀਂ ਕਰਾਉਣਾ, ਉਹਦੇ ਬਾਰੇ ਪੂਰੀ ਡਿਟੇਲ ਲੈਣੀ, ਉਹਦੀਆਂ ਕੀ ਕੰਪਲੀਕੇਸ਼ਨਸ, ਕੁਝ ਤਾਂ ਕਾਮਨ ਕੰਪਲੀਕੇਸ਼ਨਸ ਆ ਸਰਜਰੀ ਦੀਆਂ, ਜਿਵੇਂ ਕਿਉਂਕਿ ਇਨਸਿਜਨ ਹੁੰਦਾ ਹੈ ਜਾਂ ਬਲੀਡਿੰਗ ਦਾ ਰਿਸਕ ਹੈ, ਇਨਫੈਕਟ ਜਿਹੜੀ ਕਿ ਇਮੀਡੀਏਟਲੀ ਸਰਜਰੀ ਦੇ ਅਰਾਊਂਡ ਹੁੰਦੀਆਂ, ਜਿਹੜੀਆਂ ਯੂਜੂਅਲੀ ਬਹੁਤ ਰੇਅਰ ਹੁੰਦੀਆਂ। ਤੇ ਪਰ ਕੁਝ ਲੌਂਗ ਟਰਮ ਕੰਪਲੀਕੇਸ਼ਨਸ ਜਿਹੜੀਆਂ, ਜਿਵੇਂ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਨਿਊਟ੍ਰੀਸ਼ਨ ਡੈਫੀਸ਼ੀਐਂਸੀ ਕਰਕੇ ਹੋ ਸਕਦੀਆਂ, ਜਾਂ ਫਿਰ ਲੋ ਬਲੱਡ ਸ਼ੂਗਰ ਹੋ ਸਕਦੀ ਹੈ, ਜਾਂ ਅਪਸੈਟ, ਕ੍ਰੋਨਿਕ ਅਪਸੈਟ ਸਟਮਕ ਹੋ ਸਕਦਾ, ਇਹਨਾਂ ਚੀਜ਼ਾਂ ਬਾਰੇ ਸੋਚਣਾ ਵੀ ਬਹੁਤ ਜ਼ਰੂਰੀ। ਫੀਮੇਲਸ ਜਿਹੜੀਆਂ ਉਹਨਾਂ ਦੇ ਹਾਰਮੋਨਲ ਇਸ਼ੂਜ਼ ਹੋ ਸਕਦੇ ਆ, ਕੁਝ ਜੈਨੇਟਿਕਸ ਹੋ ਸਕਦੇ ਆ, ਉਹ ਜੇ ਏਜ ਜਿਹੜੀ ਹੈ ਉਹਨਾਂ ਦੀ ਜਿਹੀ ਜਿੱਥੇ ਉਹਨਾਂ ਨੇ ਕਨਸੀਵ ਵੀ ਕਰਨਾ ਆ, ਜਾਂ ਫਿਰ ਤੁਹਾਨੂੰ ਪਤਾ ਕਿੰਨੀਆਂ ਚੇਂਜਸ ਫੀਮੇਲ ਦੀ ਬੋਡੀ ਵਿੱਚ ਆਉਂਦੀਆਂ, ਜੇਕਰ ਮੈਨੋਪੌਜ਼ ਵਾਲੇ ਪਾਸੇ ਹੈ ਤੇ ਮੋਟਾਪਾ ਵੀ ਨਾਲ ਹੈ, ਕੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਦੈਟਸ ਅ ਵੈਰੀ ਗੁੱਡ ਕੁਐਸਚਨ ਗੁਰਪ੍ਰੀਤ। ਸੋ ਜਿਹੜਾ ਫੀਮੇਲਸ ਦੇ ਵਿੱਚ ਫਰਟੀਲਿਟੀ ਦਾ ਇਸ਼ੂ ਆ ਜਾਂਦਾ ਹੈ, ਕਈ ਵਾਰੀ ਮੋਟਾਪੇ ਕਰਕੇ ਪ੍ਰੈਗਨੈਂਸੀ ਕਨਸੀਵ ਨਹੀਂ ਹੁੰਦੀ, ਕਿਉਂਕਿ ਹਾਰਮੋਨਸ ਜਿਹੜੇ ਹੈ ਇੰਬੈਲੈਂਸ ਚਲੇ ਜਾਂਦੇ ਆ। ਜਿਸ ਤਰ੍ਹਾਂ ਅਸੀਂ ਸੁਣਿਆ ਹੋਏਗਾ PCOS, PCOD ਇੱਕ ਕੰਡੀਸ਼ਨ ਹੁੰਦੀ ਹੈ ਜਿਹਦੇ ਵਿੱਚ ਹਾਰਮੋਨਸ ਇੰਬੈਲੈਂਸ ਹੁੰਦੇ ਆ, ਵੇਟ ਗੇਨ ਜਲਦੀ ਹੁੰਦਾ ਹੈ, ਵੇਟ ਲੂਜ਼ ਕਰਨ 'ਚ ਪ੍ਰੋਬਲਮ ਹੁੰਦੀ ਹੈ। ਦੇਰ ਆਰ ਸਮ PCOD, PCOS ਪੇਸ਼ੈਂਟਸ ਜਿਨ੍ਹਾਂ ਦਾ ਵੇਟ ਦੀ ਪ੍ਰੋਬਲਮ ਨਹੀਂ ਹੁੰਦੀ, ਲੇਕਿਨ ਮੈਜੋਰਿਟੀ 'ਚ ਹੁੰਦੀ ਹੈ। ਤੇ ਜੇ ਮੋਟਾਪਾ ਇੰਨਾ ਹੈ ਕਿ ਫਰਟੀਲਿਟੀ 'ਤੇ ਇੰਪੈਕਟ ਪਾ ਰਿਹਾ ਹੈ, ਤਾਂ ਪ੍ਰੈਗਨੈਂਸੀ ਕਨਸੀਵ ਕਰਨ ਤੋਂ ਪਹਿਲਾਂ ਵੇਟ ਲਾਸ ਕਰਨਾ ਬੈਨੀਫਿਸ਼ੀਅਲ ਹੈ। ਇਟਸ ਗੁੱਡ, ਕਰ ਲੈਣਾ ਚਾਹੀਦਾ ਹੈ। ਤੇ ਉਹਦੇ ਨਾਲ ਇੱਕ ਤਾਂ ਪ੍ਰੈਗਨੈਂਸੀ 'ਚ ਡਾਇਬਟੀਜ਼ ਹੋਣ ਦਾ ਰਿਸਕ ਥੋੜ੍ਹਾ ਘੱਟ ਜਾਂਦਾ ਹੈ, ਪਲੱਸ ਹੋਰ ਕੰਪਲੀਕੇਸ਼ਨਸ ਜਿਵੇਂ ਹਾਈ ਬਲੱਡ ਪ੍ਰੈਸ਼ਰ ਹੋਣਾ, ਉਹ ਚੀਜ਼ਾਂ ਨਹੀਂ ਹੋਣਗੀਆਂ ਪ੍ਰੈਗਨੈਂਸੀ 'ਚ, ਜੇ ਸਾਡਾ ਵੇਟ ਹੈਲਦੀ ਹੋਏਗਾ ਬਿਫੋਰ ਗੈਟਿੰਗ ਪ੍ਰੈਗਨੈਂਟ। ਕਈ ਵਾਰੀ ਅਸੀਂ ਮੈਡੀਸਨ ਯੂਜ਼ ਕਰਦੇ ਹਾਂ ਸ਼ਾਰਟ ਟਰਮ ਦੇ ਲਈ, ਤਾਂ ਕਿ ਕੁਛ ਵੇਟ ਲੂਜ਼ ਹੋ ਜਾਏ, ਥੋੜ੍ਹੀ ਬੋਡੀ ਮਾਸ ਜਿਹੜੀ ਇੰਡੈਕਸ ਉਹ ਨੋਰਮਲ ਵੱਲ ਆ ਜਾਏ, ਐਂਡ ਦੈਨ ਵੰਸ ਵੀ ਫੀਲ ਕਿ ਇਹ ਠੀਕ ਹੈ ਹੁਣ, ਜਾਂ ਈਵਨ ਵੇਟ ਲੂਜ਼ ਕਰਨ ਦੇ ਨਾਲ ਪ੍ਰੈਗਨੈਂਸੀ ਕਨਸੀਵ ਹੋਣ ਦੇ ਚਾਂਸ ਵੱਧ ਜਾਂਦੇ ਹੈਗੇ ਆ, ਤੇ ਬਾਕੀ ਕੰਪਲੀਕੇਸ਼ਨਸ ਵੀ ਨਹੀਂ ਆਉਂਦੀਆਂ। ਕੁਝ ਫੀਮੇਲਸ ਦਾ ਕੁਐਸਚਨ ਹੁੰਦਾ ਕਿ ਪ੍ਰੈਗਨੈਂਸੀ ਕਨਸੀਵ ਕਰਨ ਤੋਂ ਪਹਿਲਾਂ ਜੇ ਉਹਨਾਂ ਦਾ ਮੋਟਾਪਾ ਬਹੁਤ ਸੀਵੀਅਰ ਹੈ, ਜੇ ਉਹਨਾਂ ਦਾ BMI 40 ਤੋਂ ਜ਼ਿਆਦਾ ਹੈ, ਜਾਂ ਦੇ ਹੈਵ ਟਰਾਈਡ ਲੋਟ ਆਫ ਥਿੰਗਸ, ਮੈਡੀਕੇਸ਼ਨ ਵੀ ਟਰਾਈ ਕਰ ਲਈ, ਜੇ ਸਰਜਰੀ ਬਾਰੇ ਸੋਚਣਾ ਹੋਵੇ ਕਿਸੇ ਨੇ, ਲੇਕਿਨ ਉਹਦੇ ਵਿੱਚ ਇੱਕ ਪ੍ਰੋਬਲਮ ਇਹ ਹੈ ਕਿ ਜਦੋਂ ਤੁਸੀਂ ਬੈਰੀਐਟ੍ਰਿਕ ਸਰਜਰੀ ਜਾਂ ਸਟਮਕ ਸਰਜਰੀ ਕਰਵਾਉਂਦੇ ਹੋ ਵੇਟ ਲਾਸ ਦੇ ਲਈ ਬਿਫੋਰ ਕਨਸੀਵਿੰਗ ਪ੍ਰੈਗਨੈਂਸੀ, ਤੇ ਉਸ ਸਰਜਰੀ ਤੋਂ ਬਾਅਦ ਅਸੀਂ ਰੈਕਮੈਂਡ ਕਰਦੇ ਹਾਂ ਕਿ 1.5 ਤੋਂ 2 ਸਾਲ ਤੱਕ ਪ੍ਰੈਗਨੈਂਸੀ ਕਨਸੀਵ ਨਹੀਂ ਕਰਨੀ ਚਾਹੀਦੀ, ਕਿਉਂਕਿ ਸਰਜਰੀ ਤੋਂ ਬਾਅਦ ਜਿਹੜੀਆਂ
ਨਿਊਟ੍ਰੀਸ਼ਨਲ ਡੈਫੀਸ਼ੀਐਂਸੀਜ਼, ਵਿਟਾਮਿਨ ਦੀ ਘਾਟ ਹੋਣੀ, ਹੋਰ ਚੀਜ਼ਾਂ ਦੀ ਘਾਟ ਹੋਣੀ, ਉਹਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਪੂਰਾ ਕਰਨਾ ਤੇ ਪੂਰੀ ਤਰ੍ਹਾਂ ਜਦੋਂ ਸਟੇਬਲ ਹੋ ਗਿਆ, weight lose ਹੋ ਕੇ ਇੱਕ ਥਾਂ ਤੇ ਆ ਕੇ ਰੁਕ ਗਿਆ ਜਾਂ ਸਟੇਬਲ ਹੋ ਗਿਆ, ਉਸ ਤੋਂ ਬਾਅਦ ਪ੍ਰੈਗਨੈਂਸੀ ਬਾਰੇ ਸੋਚਣਾ। ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਜੇ ਅਸੀਂ ਕੋਈ ਦਵਾਈ ਲੈ ਕੇ ਆਪਣੀ ਫਰਟੀਲਿਟੀ 'ਚ ਇੰਪਰੂਵਮੈਂਟ ਕਰਨੀ ਹੈ ਜਾਂ ਜੇ ਸਰਜਰੀ ਬਾਰੇ ਸੋਚ ਰਹੇ ਹਾਂ ਤਾਂ ਇਹਦੇ ਬਾਰੇ ਬਹੁਤ ਜ਼ਿਆਦਾ ਕੇਅਰਫੁਲੀ ਆਪਣੇ ਡਾਕਟਰ ਨਾਲ ਪਹਿਲਾਂ ਸਲਾਹ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਜਿਹੜੀ ਗੱਲ ਤੁਸੀਂ ਮੈਨੋਪੌਜ਼ ਬਾਰੇ ਪੁੱਛੀ ਹੈ, ਜਦੋਂ ਪੈਰੀ ਮੈਨੋਪੌਜ਼ ਜਾਂ ਮੈਨੋਪੌਜ਼ ਸ਼ੁਰੂ ਹੁੰਦਾ ਹੈ, ਮੈਨੋਪੌਜ਼ ਦੀ ਔਨਸੈਟ ਤੇ ਫੀਮੇਲ ਬੋਡੀ 'ਚ ਬਹੁਤ ਹਾਰਮੋਨਲ ਚੇਂਜਸ ਆਉਂਦੀਆਂ। ਹਾਰਮੋਨਸ ਦੀ ਚੇਂਜਸ ਕਾਰਨ ਮੈਟਾਬੋਲਿਜ਼ਮ ਘੱਟ ਜਾਂਦਾ, ਯਾਨੀ ਸਾਡੀ ਜਿਹੜੀ ਐਨਰਜੀ ਨੂੰ ਯੂਜ਼ ਅਪ ਕਰਨ ਦੀ, ਬਰਨ ਕਰਨ ਦੀ, ਫੈਟ ਨੂੰ ਬਰਨ ਕਰਨ ਦੀ ਕੈਪੈਸਿਟੀ ਘੱਟ ਜਾਂਦੀ ਹੈ, ਫੈਟ ਐਕਿਊਮੂਲੇਟ ਥੋੜ੍ਹਾ ਜ਼ਿਆਦਾ ਹੁੰਦਾ ਹੈ। ਸੋ ਉਸ ਕੇਸ ਦੇ ਵਿੱਚ ਸਭ ਤੋਂ ਹੈਲਪਫੁਲ ਚੀਜ਼ ਹੈਗੀ ਹੈ ਆਪਣੀ ਡਾਇਟ ਨੂੰ ਰੀਵੈਲੂਏਟ ਕਰਨਾ, ਦੇਖਣਾ ਕਿ ਅਸੀਂ ਕਿੱਥੇ ਉਹ ਚੀਜ਼ਾਂ ਘਟਾ ਸਕਦੇ ਹਾਂ ਜਿਹਦੇ ਨਾਲ ਵੇਟ ਨਾ ਵਧੇ। ਪਲੱਸ ਦੀ ਅਦਰ ਥਿੰਗ ਦੈਟ ਰੀਅਲੀ ਹੈਲਪਸ, ਜਿਹੜਾ ਕਿ ਬੈਨੀਫਿਸ਼ੀਅਲ ਹੈ, ਉਹ ਹੈਗੀ ਐਕਸਰਸਾਈਜ਼। ਜੇ ਜਦੋਂ ਪੈਰੀ ਮੈਨੋਪੌਜ਼ ਸੈਟ ਇਨ ਹੁੰਦਾ, ਜੇ ਅਸੀਂ ਨਹੀਂ ਰੂਟੀਨ 'ਚ ਫਿਜ਼ੀਕਲੀ ਐਕਟਿਵ ਹੈਗੇ, ਵੀ ਸਟਾਰਟ ਇਨਕੋਰਪੋਰੇਟਿੰਗ ਸਮ ਐਕਟੀਵਿਟੀ, ਤੇ ਉਹਦੇ ਨਾਲ ਬਹੁਤ ਬੈਨੀਫਿਟ ਹੁੰਦਾ। ਹਾਰਮੋਨਲ ਜਿਹੜੇ ਮੂਡ ਚੇਂਜਸ ਹੈ ਉਹਦੇ 'ਤੇ ਵੀ ਐਕਸਰਸਾਈਜ਼ ਬਹੁਤ ਬੈਨੀਫਿਸ਼ੀਅਲ ਉਹਦਾ ਇਫੈਕਟ ਹੁੰਦਾ, ਤੇ ਵੇਟ ਗੇਨ ਕਰਨ ਤੋਂ ਪ੍ਰੀਵੈਂਸ਼ਨ ਵੀ ਹੋ ਜਾਂਦੀ ਹੈ ਐਕਸਰਸਾਈਜ਼ ਕਰਨ ਦੇ ਨਾਲ। ਸੋ ਆਈ ਥਿੰਕ ਇਹ ਮੇਰਾ ਮੈਸੇਜ ਹੋਏਗਾ ਸਾਰੀਆਂ ਆਪਣੀਆਂ ਲੇਡੀਜ਼ ਨੂੰ ਜਿਹੜੀਆਂ ਪੈਰੀ ਮੈਨੋਪੌਜ਼ ਜਾਂ ਮੈਨੋਪੌਜ਼ ਵੱਲ ਜਾ ਰਹੀਆਂ, ਸਟਾਰਟ ਐਕਸਰਸਾਈਜ਼ਿੰਗ as much as you can, ਜਿੰਨਾ ਕਰ ਸਕਦੇ ਹਾਂ। ਸੋਹਣੀ ਗੱਲ ਹੈ। ਸੋ ਦੈਟ ਆਨਸਰਸ ਪ੍ਰਵਨੀਤ's ਕੁਐਸਚਨ। ਥੋੜੇ ਜਿਹੇ ਟੈਕਸਟ ਮੈਸੇजेस ਦੇ ਵਿੱਚ ਜਿਹੜੇ ਕੁਐਸਚਨਸ ਆਏ, ਵਿਟਾਮਿਨਸ ਐਂਡ ਮਿਨਰਲਸ ਵੀ ਤੁਸੀਂ ਸੁਜੈਸਟ ਕਰਦੇ ਹੋ ਕੋਈ ਫॉर weight loss? ਨਹੀਂ, ਇਸ ਤਰ੍ਹਾਂ ਦਾ ਤਾਂ ਕੋਈ ਵਿਟਾਮਿਨ ਜਾਂ ਮਿਨਰਲ ਨਹੀਂ ਹੈਗਾ ਮੈਜਿਕ ਜਿਹੜਾ ਕਿ weight lose ਕਰਨ 'ਚ ਹੈਲਪ ਕਰੇ। ਲੇਕਿਨ ਜਿਹੜਾ ਵਿਟਾਮਿਨ ਡੀ ਹੈ, ਜੇ ਉਹਦੀ ਬਹੁਤ ਡੈਫੀਸ਼ੀਐਂਸੀ ਹੈ, ਉਹ ਇੱਕ ਜਿਹੜਾ ਹੈਗਾ ਫੈਕਟਰ ਹੁੰਦਾ ਕਈ ਵਾਰੀ weight gain ਹੋਣ ਦਾ। ਸੋ ਜਿਸ ਤਰ੍ਹਾਂ ਅਸੀਂ ਇੱਥੇ ਰਹਿੰਦੇ ਹਾਂ, ਜ਼ਿਆਦਾ ਸਨਸ਼ਾਈਨ ਨਹੀਂ ਐਕਸਪੋਜ਼ ਹੁੰਦੇ, ਵਿਟਾਮਿਨ ਡੀ ਸਪਲੀਮੈਂਟੇਸ਼ਨ ਡੈਫੀਨਿਟਲੀ ਆਈ ਵੁੱਡ ਰੈਕਮੈਂਡ। ਦੈਟ ਹੈਜ਼ ਅ ਪੋਜ਼ੀਟਿਵ ਰੋਲ ਟੂ ਪਲੇ ਥਾਇਰੋਇਡ ਹੈਲਥ ਦੇ ਵਿੱਚ ਵੀ, weight ਮੈਨੇਜਮੈਂਟ ਦੇ ਵਿੱਚ ਵੀ। ਤੇ ਉਸ ਤੋਂ ਇਲਾਵਾ ਜਨਰਲ ਲਾਈਕ ਇਫ ਯੂ ਆਰ ਈਟਿੰਗ, ਜੇ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਤੇ ਫਲ, ਡਿਫਰੈਂਟ ਕਲਰਸ ਆਫ ਫੂਡਸ ਖਾ ਰਹੇ ਹੋ, ਇਹਦਾ ਮਤਲਬ ਤੁਸੀਂ ਇਨਫ ਵਿਟਾਮਿਨਸ ਮਿਨਰਲਸ ਲੈ ਰਹੇ ਹੋ। ਬਟ ਵਿਟਾਮਿਨ ਡੀ ਸਪਲੀਮੈਂਟੇਸ਼ਨ ਇਜ਼ ਇੰਪੋਰਟੈਂਟ। ਠੀਕ ਹੈ ਡਾਕਟਰ ਗਿੱਲ, ਆਪਣੇ ਕੈਨੇਡਾ ਦੇ ਵਿੱਚ ਕੁਝ ਲੋਕ ਸੋਚਦੇ ਆ ਕਿ ਇੱਥੇ ਤਾਂ ਵੇਟ ਟਾਈਮ ਬਹੁਤ ਲੰਮਾ ਆ, ਕਿਤੇ ਹੋਰ ਜਾ ਕੇ ਕਰਾ ਲਈਏ ਸਰਜਰੀ, ਉਹਨਾਂ ਲਈ ਤੁਹਾਡੀ ਸਲਾਹ ਕੀ ਹੋਊਗੀ? ਹਾਂ, ਉਹਨਾਂ ਲਈ ਮੇਰੀ ਸਲਾਹ ਇਹ ਹੋਊਗੀ ਕਿ ਜਿਹੜਾ ਵੀ ਫੈਸਲਾ ਲੈਣਾ, ਅਗਰ ਓਵਰਸੀਜ਼ ਜਾ ਕੇ ਕਰਨੀ ਹੈ ਤਾਂ ਪਹਿਲਾਂ ਆਪਣੇ ਫਿਜ਼ੀਸ਼ੀਅਨ ਦੇ ਨਾਲ ਇੱਥੇ ਗੱਲ ਕਰੋ, ਸਾਰੇ ਪੱਖ ਸਮਝੋ ਕਿ ਸਰਜਰੀ ਤੋਂ ਬਾਅਦ ਜਿਹੜੀ ਪੋਸਟ ਸਰਜਰੀ ਕੇਅਰ ਹੈਗੀ ਆ ਉਹਦੇ ਵਿੱਚ ਕੀ ਚੀਜ਼ਾਂ ਦੀ ਮੋਨੀਟਰਿੰਗ ਦੀ ਲੋੜ ਪਏਗੀ, ਕੀ ਪੋਟੈਂਸ਼ੀਅਲ ਕੰਪਲਿਕੇਸ਼ਨਸ ਹੋ ਸਕਦੀਆਂ, ਚਾਹੇ ਉਹ ਬਹੁਤ ਘੱਟ ਮਾਤਰਾ 'ਚ ਹੁੰਦੀਆਂ, ਲੋ ਪਰਸੈਂਟੇਜ ਹੈ ਕੰਪਲਿਕੇਸ਼ਨਸ ਦਾ, ਬਟ ਉਹਦੇ ਬਾਰੇ ਜਾਣੂ ਹੋਣਾ ਜ਼ਰੂਰੀ ਹੈ ਤਾਂ ਕਿ ਜੇ ਤੁਹਾਨੂੰ ਵਾਪਸ ਆ ਕੇ ਸਰਜਰੀ ਤੋਂ ਬਾਅਦ ਕੋਈ ਪ੍ਰੋਬਲਮਸ ਹੈ, ਦੈਨ ਯੂ ਨੀਡ ਟੂ ਬੀ ਏਬਲ ਟੂ ਅੰਡਰਸਟੈਂਡ ਕਿ ਇਹਦੇ ਕੀ ਇਸ਼ੂਜ਼ ਹੋ ਸਕਦੇ ਸੀ ਤੇ ਕਦੋਂ ਤੁਸੀਂ ਮੈਡੀਕਲ ਹੈਲਪ ਲੈਣੀ ਹੈ। ਸੋ ਇੱਥੇ ਮੇਰੀ ਤਾਂ ਸਲਾਹ ਇਹੀ ਹੋਊਗੀ, ਬਿਕੋਜ਼ ਇੱਥੇ ਇੱਕ ਸੈਟ ਪੈਟਰਨ ਹੈ, ਪਹਿਲੇ ਤੁਸੀਂ ਇੱਥੇ ਆਪਣੇ ਐਵੇਨਿਊਜ਼ ਐਕਸਪਲੋਰ ਕਰੋ। ਅਗਰ ਫॉर ਸਮ ਰੀਜ਼ਨ ਤੁਸੀਂ ਸੋਚਦੇ ਹੋ ਕਿ ਨਹੀਂ ਇਹ ਵੇਟ ਟਾਈਮ ਬਹੁਤ ਜ਼ਿਆਦਾ ਹੈ ਜਾਂ ਤੁਹਾਡੀ ਨਹੀਂ ਤੁਹਾਨੂੰ ਐਕਸੈਪਟ ਕੀਤਾ ਗਿਆ ਪ੍ਰੋਗਰਾਮ 'ਚ ਫॉर ਵਟ ਐਵਰ ਰੀਜ਼ਨ ਇਟ ਮਾਈਟ ਬੀ, ਤੇ ਜੇ ਕੋਈ ਓਵਰਸੀਜ਼ ਡਾਕਟਰ ਤੁਹਾਨੂੰ ਕਹਿ ਰਿਹਾ ਕਿ ਉਹ ਕਰ ਸਕਦੇ ਨੇ, ਜਸਟ ਹੈਵ ਅ ਵੈਰੀ ਡੀਟੇਲ ਕਨਵਰਸੇਸ਼ਨ ਕਿ ਕੀ ਕੰਪਲਿਕੇਸ਼ਨਸ ਬਾਅਦ ਦੇ ਵਿੱਚ ਫੇਸ ਹੋ ਸਕਦੀਆਂ ਤੇ ਉਹਨਾਂ ਨੂੰ ਕਿਵੇਂ ਉਹ ਰეკਮੈਂਡ ਕਰਦੇ ਕਿ ਮੈਨੇਜ ਕੀਤਾ ਜਾਵੇ। ਸੋ ਵਾਪਸ ਆ ਕੇ ਆਪਣੀ ਹੈਲਥ ਟੀਮ ਦੇ ਨਾਲ ਕੰਟੈਕਟ ਕਰਨਾ ਤੇ ਜਿਹੜੀਆਂ ਚੀਜ਼ਾਂ ਮੋਨੀਟਰਿੰਗ 'ਚ ਇੰਪੋਰਟੈਂਟ ਨੇ ਉਹਨਾਂ ਨੂੰ ਰੈਗੂਲਰਲੀ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਡਾਕਟਰ ਆਸ਼ਨਾ ਗਿੱਲ, ਕਈ ਲੋਕੀ ਇਹ ਵੀ ਸੋਚਦੇ ਆ ਕਿ ਕੈਨੇਡਾ ਦੇ ਵਿੱਚ ਬੈਰੀਐਟ੍ਰਿਕ ਸਰਜਰੀ ਜਿਹੜੀ ਹੈ ਉਹ ਪਤਾ ਨਹੀਂ ਸਾਡੇ ਖਰਚੇ ਤੇ ਹੋਊਗੀ, ਹੈਲਥ ਵਾਲਿਆਂ ਨੇ ਧਿਆਨ ਨਹੀਂ ਰੱਖਣਾ, ਉਹਦੇ ਬਾਰੇ ਵੀ ਤੁਸੀਂ ਕਲੀਅਰ ਕਰੋ। ਨਹੀਂ, ਇਸ ਤਰ੍ਹਾਂ ਨਹੀਂ ਹੈਗਾ। ਜਿਹੜੀ ਬੈਰੀਐਟ੍ਰਿਕ ਸਰਜਰੀ ਦੇ ਪ੍ਰੋਗਰਾਮ ਆਪਣੇ ਅਲਬਰਟਾ 'ਚ ਹੈਗੇ ਜਾਂ ਹੋਰ ਥਾਵਾਂ 'ਤੇ ਹੈਗੇ ਕੈਨੇਡਾ 'ਚ, ਅਗਰ ਕੋਈ ਕਿਸੇ ਨੂੰ ਅਪਰੂਵ ਕਰ ਦਿੰਦੇ ਆ ਕਿ ਇਸ ਪੇਸ਼ੈਂਟ ਨੂੰ, ਇਸ ਇਨਸਾਨ ਨੂੰ ਲੋੜ ਹੈ ਸਰਜਰੀ ਦੀ, ਤੇ ਉਹ ਖਰਚਾ ਆਪ ਨਹੀਂ ਦੇਣਾ ਪੈਂਦਾ। ਉਹਦੇ ਲਈ ਇਹ ਹੈਗਾ ਕਿ ਤੁਹਾਡਾ ਇੱਕ ਕ੍ਰਾਈਟੀਰੀਆ ਉਹਨਾਂ ਨੇ ਜੋ ਰੱਖਿਆ ਉਹ ਮੀਟ ਹੋਣਾ ਚਾਹੀਦਾ। ਜੇ ਤੁਹਾਡਾ ਬੋਡੀ ਮਾਸ ਇੰਡੈਕਸ 40 ਤੋਂ ਜ਼ਿਆਦਾ ਜਾਂ ਈਵਨ 35 ਜਾਂ ਕਈ ਵਾਰ 30 ਤੋਂ ਜ਼ਿਆਦਾ ਤੇ ਵੀ ਹੋ ਜਾਂਦੀ ਹੈ, ਜੇ ਨਾਲ ਕੋਈ ਹੋਰ ਬਿਮਾਰੀਆਂ ਹੋਣ ਜਾਂ ਕੰਪਲਿਕੇਸ਼ਨਸ ਹੋਣ, ਤੇ ਜੇ ਉਹ ਜਿਹੜੀਆਂ ਬਾਕੀ ਚੀਜ਼ਾਂ ਜਿਹੜੀਆਂ ਪਹਿਲਾਂ ਸਰਜਰੀ ਤੋਂ ਪਹਿਲਾਂ ਤੁਸੀਂ ਕੰਟਰੋਲ ਕਰਨੀਆਂ ਜਾਂ ਜਿਨ੍ਹਾਂ ਨੂੰ ਅਸੈਸ ਕਰਨਾ, ਜੇ ਉਹ ਸਾਰਾ ਕੁਛ ਚੈੱਕਲਿਸਟ 'ਤੇ ਚਲਾ ਗਿਆ ਸਾਰਾ ਕੁਛ ਇੱਕ ਵਾਰ, ਦੈਨ ਇਟਸ ਨॉट, ਯੂ ਡੋਂਟ ਹੈਵ ਟੂ ਪੇ ਫॉर ਇਟ। ਸੋ ਉਹ ਗਵਰਨਮੈਂਟ ਕਵਰ ਕਰਦੀ ਹੈ। ਠੀਕ ਹੈ ਡਾਕਟਰ, ਬਹੁਤ ਸੋਹਣੀ ਇਨਫੋਰਮੇਸ਼ਨ ਜਿਹੜੀ ਕਿ ਲੋੜੀਂਦੀ ਸੀਗੀ ਤੁਸੀਂ ਸਾਂਝੀ ਕੀਤੀ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਗੁਰਪ੍ਰੀਤ, ਥੈਂਕਸ ਫॉर ਹੈਵਿੰਗ।